ਇਹ ਤੁਹਾਨੂੰ ਕਿਹਨੇ ਕਹਿਤਾ? ਜੇਲਾਂ ਕੱਟੇ ਆਏ ਤੁਹਾਡੇ ਨਾਲ, ਸੜਕਾਂ ਤੇ ਤੰਬੂਆਂ ਤੇ ਬੈਠ ਗਏ। ਤੇ ਹਜੇ ਵੀ ਜੇ ਇਹ ਪ੍ਰੂਵ ਕਰਨਾ ਪਊਗਾ ਵੀ ਕਿਸਾਨੀ ਸੰਘਰਸ਼ ਨਾਲ ਮੇਰਾ ਕੋਈ ਨਾਤਾ ਜਾਂ ਮੇਰਾ ਕੋਈ ਤਾਲਮੇਲ ਨਹੀਂ ਆ, ਫਿਰ ਤਾਂ ਗੱਲ ਮੇਰੇ ਖਿਆਲ 'ਚ ਬੜੀ ਬਦਕਿਸਮਤੀ ਆ। ਤੇ ਉਹਨਾਂ ਬੰਦਿਆਂ ਲਈ ਬਦਕਿਸਮਤੀ ਦੀ ਗੱਲ ਆ ਜਿਹੜੇ ਬੰਦੇ ਸਮਝਣ ਨੂੰ ਤਿਆਰ ਨਹੀਂ, ਕਿਉਂਕਿ ਜਿਨ੍ਹਾਂ ਨੇ ਵਿਰੋਧ ਕਰਨਾ ਹੁੰਦਾ ਉਹਨਾਂ ਨੇ ਤਾਂ ਫਿਰ ਵਿਰੋਧ ਹੀ ਕਰਨਾ, ਉਹਨਾਂ ਨੇ ਇਹ ਗੱਲਾਂ ਨਹੀਂ ਸਮਝਣੀਆਂ ਹੁੰਦੀਆਂ। ਹੁਣ ਜੇ ਸੰਘਰਸ਼ ਕਰ ਰਹੇ ਆ ਤਾਂ ਅਸੀਂ ਸੰਘਰਸ਼ ਕਰਨ ਵਾਲੇ ਪਾਸੇ ਆਈਏ। ਜਿੱਦਾਂ ਦਿੱਲੀ ਨੂੰ ਜਾਣਾ ਹੋਇਆ, ਜਿੱਦਾਂ ਮਿੱਥ ਕੇ ਜਾਣਾ ਹੋਇਆ ਵੀ ਹੁਣ ਮੱਥੇ 'ਚ ਵੱਜਾਂਗੇ, ਸਿੱਧੀ ਜਾ ਕੇ ਟੱਕਰ ਲਵਾਂਗੇ, ਉਦਾਂ ਦੀਪ ਸਿੱਧੂ ਨੂੰ ਬੁਲਾ ਲਿਓ। ਦੀਪ ਸਿੱਧੂ ਸਾਹਮਣੇ ਤੇ ਮੂਹਰੇ ਖੜਾ ਹੋਊਗਾ। ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਤਾਂ ਦੀਪ ਸਿੱਧੂ ਤੋਂ ਸੰਘਰਸ਼ ਨਹੀਂ ਕਰੇ ਜਾਂਦੇ। ਸੋ ਇਹੋ ਜਿਹਾ ਸੰਘਰਸ਼ ਮੈਨੂੰ ਨਹੀਂ ਆਉਂਦਾ ਵੀ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਲਈਏ ਉਹਨਾਂ ਦੇ ਤੇ ਫਿਰ ਉਹਨਾਂ ਦੇ ਮੂਹਰੇ ਦਰਾਂ ਤੇ ਜਾ ਕੇ ਬਹਿ ਕੇ ਕਹੀਏ ਅਸੀਂ ਸੰਘਰਸ਼ ਕਰ ਰਹੇ ਹਾਂ। ਪ੍ਰੋਪੇਗੈਂਡਾ ਲੈਂਗੁਏਜ ਕੀ ਆ? ਇਹ ਤਾਂ ਬੀਜੇਪੀ ਦਾ, ਇਹਨੂੰ ਕਿਸਾਨੀ ਸੰਘਰਸ਼ ਨਾਲ ਕੋਈ ਸਰੋਕਾਰ ਨਹੀਂ ਆ, ਇਹਦਾ ਉਹਦਾ ਨਾਲ ਕੋਈ ਨਾਤਾ ਨਹੀਂ ਆ। ਇਹ ਤਾਂ ਸਰਕਾਰ ਦਾ ਪਲਾਂਟਡ ਬੰਦਾ। ਸਰਕਾਰ ਦੇ ਪਲਾਂਟਡ ਤਾਂ ਤੁਸੀਂ ਹੋ ਜਿਹੜੇ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਜੰਤਰ ਮੰਤਰ ਜਾ ਕੇ ਬਹਿੰਦੇ ਹੋ। ਦੀਪ ਸਿੱਧੂ ਕਿਵੇਂ ਹੋ ਗਿਆ? ਦੀਪ ਸਿੱਧੂ ਤਾਂ 3 ਮਹੀਨੇ ਜੇਲ੍ਹ ਚ ਲਾ ਕੇ ਆਇਆ। ਦੀਪ ਸਿੱਧੂ ਤਾਂ ਉਹ ਤਸੀਹੇ ਕੱਟ ਕੇ ਆਇਆ ਜਿਹੜੇ ਹੋ ਸਕਦਾ ਮੈਂ ਸੋਚੇ ਵੀ ਨਾ ਹੋਣ। ਤੇ ਸਰਕਾਰ ਦੇ ਬੰਦੇ ਤਾਂ ਤੁਸੀਂ ਹੋ। ਸੋ जब मीडिया ने वहाँ पे पूछा, बोला ये बताओ जी उस लड़की के बारे में, बोला लड़की की हालात ऐसी नहीं है कि वो कुछ बता पाए। उसके 2 मिनट बाद उसकी वहाँ पे इतनी पुलिस फोर्स है, खुद एसपी वहाँ पे मौजूद हैं, अधिकारी वहाँ पे मौजूद, 2 मिनट बाद वीडियो आ जाती है, वो सब कुछ बताती है। फ़ोन चलाने लग रही, क्या वो 2 मिनट में 5 मिनट में वो लड़की इतनी फास्ट टेक्नोलॉजी इनके पास है, क्या वो यहाँ से बाई एयर वो अमेरिका से या किसी कंट्री से ठीक करके उसको यहाँ ले आए? ये कहाँ तक का हो? ये सबसे बड़ी बात ये देखो, जहाँ पे वो लड़की बैठी है, दीप बैठा है, भाई के पिछली सीट पे और उस पे पीछे के पीछे ऐसे ब्लड के छींटे गए हुए हैं। क्या वो आगे बैठी है, उसके कोई ब्लड का खून का कोई छिट्टा नहीं लगेगा उस लड़की के ऊपर? या कोई उस पर शीशा कांच टूटा हुआ कोई कांच नहीं लगेगा? या वो आगे सामने नहीं टकराएगी? ये साजिश हुई है, जैसे गाड़ी एक्सीडेंट हुई है, जैसे गाड़ी ख़त्म हो रखी है, इससे ये बिल्कुल ये है वो लड़की उस गाड़ी के अंदर मौजूद नहीं थी। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ। ਕੱਲ ਅਪਡੇਟ ਤੁਹਾਡੇ ਨਾਲ ਸਾਂਝਾ ਕੀਤਾ ਸੀ ਜਿੱਥੇ 15 ਪੁਆਇੰਟ ਤੁਹਾਨੂੰ ਦੱਸੇ ਸਨ ਜੋ ਕਿ ਦੀਪ ਸਿੱਧੂ ਦੀ ਮੌਤ ਦੇ ਬਾਰੇ ਇੱਕ ਵੱਡੀ ਸਾਜ਼ਿਸ਼ ਨੂੰ ਇਹ ਹੁੰਗਾਰਾ ਭਰਦੇ ਸਨ ਕਿ ਇਹ ਕਤਲ ਹੈ, ਕੋਈ ਹਾਦਸਾ ਨਹੀਂ। ਉੱਥੇ ਹੀ ਦੋਸਤੋ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਕਿ ਇਸ ਸਾਰੇ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਇਹ ਖਬਰ ਤੁਹਾਨੂੰ ਵੀ ਸੋਚਣ ਦੇ ਲਈ ਮਜਬੂਰ ਕਰ ਦੇਵੇਗੀ ਕਿ ਅਸਲ ਦੇ ਵਿੱਚ ਕੀ ਅਜਿਹਾ ਵੀ ਹੋ ਸਕਦਾ ਹੈ। ਸੋ ਤੁਸੀਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ। ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਹਰ ਇੱਕ ਭੇਤ, ਹਰ ਇੱਕ ਤਣਾ ਅੱਜ ਖੁੱਲ੍ਹ ਜਾਵੇਗਾ ਇਸ ਵੀਡੀਓ ਦੇ ਵਿੱਚ ਅਤੇ ਪਤਾ ਲੱਗ ਜਾਵੇਗਾ ਕਿ ਆਖਿਰ ਕਿਸ ਦੀ ਸਾਜ਼ਿਸ਼ ਸੀ, ਕਿਵੇਂ ਸਾਜ਼ਿਸ਼ ਬੁਣੀ ਗਈ, ਕਿਵੇਂ ਦੀਪ ਸਿੱਧੂ ਦਾ ਕਤਲ ਕੀਤਾ ਗਿਆ। ਸੋ ਸਾਰਾ ਇੱਕ ਇੱਕ ਪੁਆਇੰਟ ਤੁਹਾਡੇ ਸਾਹਮਣੇ ਰੱਖਦੇ ਹਾਂ। ਦੱਸ ਦਈਏ ਦੋਸਤੋ, ਜਿਵੇਂ ਕਿ ਪਹਿਲਾਂ ਤੋਂ ਹੀ ਉਸ ਕੁੜੀ ਯਾਨੀ ਕਿ ਰੀਨਾ ਰਾਏ ਉਰਫ ਰਾਜਵਿੰਦਰ ਕੌਰ 'ਤੇ ਇੱਕ ਸ਼ੱਕ ਹੋ ਰਿਹਾ ਸੀ ਕਿ ਆਖਿਰ ਇੰਨਾ ਵੱਡਾ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਉਸ ਦੇ ਇੱਕ ਝਰੀਟ ਤੱਕ ਕਿਉਂ ਨਹੀਂ ਲੱਗੀ। ਮੌਕੇ 'ਤੇ ਜੋ ਪ੍ਰਤੱਖਦਰਸ਼ੀ ਸਨ ਉਹਨਾਂ ਨੇ ਵੀ ਦੱਸਿਆ ਸੀ ਕਿ ਪੁਲਿਸ ਨੇ ਪਹਿਲਾਂ ਉਸ ਕੁੜੀ ਦੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਅਤੇ ਬਾਅਦ 2 ਮਿੰਟ ਬਾਅਦ ਹੀ ਉਸ ਦਾ ਅਜਿਹਾ ਬਿਆਨ ਆਉਂਦਾ ਹੈ ਜੋ ਕਿ ਇਸ ਸਾਰੀ ਘਟਨਾ ਨੂੰ ਹਾਦਸਾ ਸਾਬਿਤ ਕਰਨ ਦੇ ਲਈ ਸਹਾਈ ਹੁੰਦਾ ਹੈ। ਉੱਥੇ ਦੋਸਤੋ ਦੱਸ ਦਈਏ ਕਿ ਉਹ ਕੁੜੀ 'ਤੇ ਇਹ ਵੀ ਗੱਲ ਉੱਠ ਰਹੀ ਸੀ ਕਿ ਇੰਨਾ ਵੱਡਾ ਹਾਦਸਾ ਹੋਇਆ, ਪੰਜਾਬ ਦੀ ਹਰ ਇੱਕ ਅੱਖ ਰੋਈ, ਹਰ ਇੱਕ ਮਨ ਦੁਖੀ ਸੀ, ਇੱਥੋਂ ਤੱਕ ਕਿ ਘਰਾਂ ਦੇ ਵਿੱਚ ਰੋਟੀ ਤੱਕ ਨਹੀਂ ਪੱਕੀ। ਪਰ ਉਹ ਕੁੜੀ ਜਿਸ ਦੇ ਮਾਮੂਲੀ ਸੱਟ ਲੱਗੀ ਸੀ ਉਹ ਦੀਪ ਦੇ ਅੰਤਿਮ ਸੰਸਕਾਰ ਦੇ ਵਿੱਚ ਵੀ ਕਿਉਂ ਨਹੀਂ ਪਹੁੰਚੀ। ਪਰ ਦੋਸਤੋ ਹੁਣ ਪੂਰਾ ਸੱਚ ਇੱਕ ਚਿੱਟੇ ਦਿਨ ਦੇ ਵਾਂਗ ਨਿਖੜ ਕੇ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ 15 ਫਰਵਰੀ ਨੂੰ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਹੈ। ਉਹਨਾਂ ਅਕਾਲ ਚਲਾਣਾ ਕਰ ਜਾਂਦੇ ਨੇ, ਸਰੀਰਕ ਤੌਰ 'ਤੇ ਸਾਡੇ ਵਿੱਚੋਂ ਚਲੇ ਜਾਂਦੇ ਨੇ। ਪਰ ਦੂਜੇ ਪਾਸੇ ਉਹ ਕੁੜੀ ਰੀਨਾ ਰਾਏ ਜੋ ਕਿ ਆਪਣੇ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਦੁਖੀ ਹੋਣ ਦਾ ਦਿਖਾਵਾ ਕਰ ਰਹੀ ਸੀ, ਪੋਸਟਾਂ ਪਾ ਰਹੀ ਸੀ, ਉਹ ਅਗਲੇ ਹੀ ਦਿਨ ਹੌਸਪੀਟਲ ਦੇ ਵਿੱਚੋਂ ਡਿਸਚਾਰਜ ਹੁੰਦੀ ਹੈ, ਉਸ ਨੂੰ ਛੁੱਟੀ ਹੁੰਦੀ ਹੈ। ਪਰ ਉਹ ਦੀਪ ਸਿੱਧੂ ਦੇ ਘਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਤੇ ਲੋਕਾਂ ਦੇ ਨਾਲ ਖੜ੍ਹਨ ਦੀ ਬਜਾਏ, ਦੁੱਖ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਵਾਪਸ ਚਲੀ ਜਾਂਦੀ ਹੈ ਅਮਰੀਕਾ। ਜੀ ਹਾਂ ਦੋਸਤੋ, ਤੁਸੀਂ ਬਿਲਕੁਲ ਸਹੀ ਸੁਣਿਆ। ਹੌਸਪੀਟਲ ਤੋਂ ਛੁੱਟੀ ਹੁੰਦੇ ਹੀ ਉਹ ਦੀਪ ਸਿੱਧੂ ਦੇ ਘਰ ਜਾਂ ਫਿਰ ਉਹਨਾਂ ਨੂੰ ਅੰਤਿਮ ਵਾਰ ਦੇਖਣ ਦੇ ਲਈ ਨਹੀਂ ਪਹੁੰਚਦੀ, ਉਹ ਵਾਪਸ ਅਮਰੀਕਾ ਚਲੀ ਜਾਂਦੀ ਹੈ। ਦੂਜੇ ਪਾਸੇ ਸ਼ੱਕ ਦੀਆਂ ਕੁਝ ਹੋਰ ਵੀ ਕੜੀਆਂ ਜੁੜਦੀਆਂ ਨੇ ਜੋ ਕਿ ਅਮਰਤਪਾਲ ਸਿੰਘ ਮਹਿਰੋ ਨੇ ਕਿਹਾ ਸੀ ਕਿ 3 ਦਿਨ ਤੋਂ ਦੀਪ ਸਿੱਧੂ ਫੋਨ ਨਹੀਂ ਚੱਕ ਰਿਹਾ ਸੀ। ਅਤੇ ਦੂਜੇ ਪਾਸੇ
13 ਤਰੀਕ ਨੂੰ ਉਹ ਕੁੜੀ ਅਮਰੀਕਾ ਤੋਂ ਆਉਂਦੀ ਹੈ, ਇੱਕ ਦਿਨ ਰੁਕਦੀ ਹੈ, ਦੀਪ ਸਿੱਧੂ ਦੀ ਮੌਤ ਹੁੰਦੀ ਹੈ ਤੇ ਅਗਲੇ ਹੀ ਦਿਨ ਉਹ ਵਾਪਸ ਅਮਰੀਕਾ ਚਲੀ ਜਾਂਦੀ ਹੈ। ਕੀ ਤੁਹਾਨੂੰ ਇਹ ਸਭ ਕੁਝ ਨਾਰਮਲ ਲੱਗ ਰਿਹਾ? ਕਮੈਂਟ ਜ਼ਰੂਰ ਕਰਿਓ। ਤੇ ਤੁਹਾਡੇ ਸਾਹਮਣੇ ਰੱਖਦੇ ਹਾਂ ਇੱਕ ਹੋਰ ਖਾਸ ਵੀਡੀਓ। ਪਰ ਇਸ ਖਾਸ ਵੀਡੀਓ ਵੱਲ ਲਿਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੋ ਵੀ ਗੱਲ, ਜੋ ਵੀ ਤੱਥ ਤੁਹਾਡੇ ਸਾਹਮਣੇ ਉਸ ਕੁੜੀ ਰੀਨਾ ਰਾਏ ਬਾਰੇ ਦੱਸਿਆ, ਉਹ ਅਸੀਂ ਨਹੀਂ ਬਲਕਿ ਦੀਪ ਸਿੱਧੂ ਦੇ ਖਾਸ ਦਲਜੀਤ ਕਲਸੀ ਜੀ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਰਾ ਕੁਝ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਉਹ ਕੁੜੀ ਵਾਪਸ ਚਲੀ ਜਾਂਦੀ ਹੈ। ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਸੁੱਖਾ ਕਾਲਾਂ ਦੇ ਖਾਸ ਦੋਸਤ ਸੁੱਖਾ ਕਾਲੋਂ, ਜਿਨ੍ਹਾਂ ਨੂੰ ਕਿ ਸ਼ਾਰਪ ਸ਼ੂਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਉਹਨਾਂ ਦੇ ਖਾਸ ਅਮਰਤ ਚੀਮਾ ਦੀ ਇਸ ਵੀਡੀਓ ਵੱਲ, ਜਿਨ੍ਹਾਂ ਨੇ ਕਿ ਤੱਥਾਂ ਦੇ ਆਧਾਰ ਤੇ ਕੁਝ ਖਾਸ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ। ਆਪਾਂ ਗੱਲ ਕਰਦੇ ਸੀ ਵੀ ਜਿਹੜਾ ਟਰੱਕ ਡਰਾਈਵਰ ਇਹਨਾਂ ਨੇ ਕਹਿੰਦੇ ਵੀ ਅਸੀਂ ਫੜਿਆ, ਉੱਤੇ ਪਰਚਾ ਦਰਜ ਕੀਤਾ ਨਾ ਇੱਕ ਟਰੱਕ ਡਰਾਈਵਰ ਦੇ ਉੱਤੇ ਪੁਲਿਸ ਨੇ, ਸਾਨੂੰ ਕੀ ਕਨਫਰਮ ਆ ਕਿ ਇਹ ਉਹੀ ਡਰਾਈਵਰ ਸੀਗਾ? ਮੈਨੂੰ ਤੇ ਇਹ ਵੀ ਇਨਫੋਰਮੇਸ਼ਨ ਆ ਕਿ ਉਹ ਡਰਾਈਵਰ ਤਾਂ ਇਹਨਾਂ ਨੇ ਬੜੇ ਸੇਫ ਪੈਸੇ ਦੇ ਥਰੂ ਕੱਢ ਦਿੱਤਾ ਪਹਿਲਾਂ ਹੀ ਬਾਹਰ। ਉਹ ਡਰਾਈਵਰ ਬੜੇ ਸੇਫ ਪੈਸੇ ਦੇ ਜ਼ਰੀਏ ਉੱਥੋਂ ਕੱਢ ਦਿੱਤਾ ਉਹਨੂੰ। ਇਹ ਬੰਦਾ, ਇਹਦਾ ਨਾਮ ਕੋਈ ਮੁਸਲਿਮ ਨੇਮ ਇਹਦਾ ਦੱਸਿਆ ਜਾ ਰਿਹਾ। ਇੱਕ ਤੇ ਇਹ ਵੀ ਹਮਲਾ ਕਿ ਜਿਹੜਾ ਸਿੱਖਾਂ ਤੇ ਮੁਸਲਮਾਨਾਂ ਦਾ ਜਿਹੜਾ ਬੈਲੈਂਸ ਬਣਦਾ ਆਪਸ 'ਚ ਅੱਜ ਕੱਲ੍ਹ ਕਾਫੀ ਇਕੁਏਸ਼ਨ ਰਲੀ ਹੋਈ, ਉਸ ਬੈਲੈਂਸ ਨੂੰ ਵਿਗਾੜਨ ਲਈ ਵੀ ਇਹ ਕਹਿਣਾ ਵੀ ਫਲਾਣਾ ਬੰਦਾ ਸੀ ਮੁਸਲਮਾਨ ਸੀ, ਠੀਕ ਹੈ ਨਾ। ਦੂਸਰਾ ਜਿਹੜਾ ਉੱਤੇ ਗਵਾਹ ਵਿੱਚ ਵਿਖਾਇਆ ਜਾ ਰਿਹਾ, ਉਹ ਜਿਹੜਾ ਗਵਾਹ ਵਾ ਉਹਦੀ ਵੇਖੋ ਕਿਵੇਂ ਮਤਲਬ ਅਡੰਬਰ ਕਿਵੇਂ ਰਚ ਰਹੇ ਆ ਵੀ ਉਹਨੂੰ ਪ੍ਰੋਪਰ ਐਂਡ ਕਵਰੇਜ ਮਿਲਦੀ ਵੀ ਸਾਰੇ ਪਾਸਿਓਂ ਮੀਡੀਆ ਵੱਲੋਂ। ਦੀਪ ਸਿੱਧੂ ਦੇ ਸੰਸਕਾਰ ਤੇ ਆ ਕੇ ਆਪਣੇ ਨੈਸ਼ਨਲ ਮੀਡੀਆ ਨੇ ਕੋਈ ਕਵਰੇਜ ਦਿੱਤੀ ਨਹੀਂ, ਜਾਂ ਹੋਰ ਜਿਹੜੇ ਮੁੰਡੇ ਨੇ ਸ਼ਹੀਦ ਹੋਏ ਉੱਥੇ ਤੇ ਕਦੀ ਇਹ ਗੱਲ ਕੀਤੀ ਨਹੀਂ। ਉਹਨੂੰ ਇੰਨੀ ਕਿਉਂ ਹਾਈਲਾਈਟ ਕੀਤਾ ਜਾ ਰਿਹਾ? ਔਰ ਉਹ ਕਹਿ ਰਿਹਾ ਕਿ ਹਾਂਜੀ ਪਿੱਛੋਂ ਆ ਕੇ ਜੀ ਮਾਰਿਆ, ਮੈਂ ਵੇਖਿਆ ਸਾਰਾ, ਮੈਂ ਲੜਕੀ ਨੂੰ ਕੱਢਿਆ ਵਿੱਚੋਂ, ਉਦੋਂ ਦੀਪ ਸਰ ਦੇ ਸਾਹ ਚੱਲਦੇ ਸੀ, ਇਹ ਹੈ ਉਹ ਹੈ। ਉਹ ਬੰਦਾ ਵੀ ਏਜੰਸੀਆਂ ਦਾ ਕੋਈ ਵਧੀਆ ਅਫੀਸਰ ਹੋਊਗਾ ਤੇ ਨਾਲ ਐਕਟਰ ਵੀ ਕਿੱਡਾ ਚੰਗਾ एंड वो पूरा मतलब विच जाकर जी सर मैंने वैसा देखा कि हाँ वो सांस चल रहे थे। ਵੇਖੋ मतलब कि एडा मतलब प्लैंड तरीका ਸੀ ਇਹਨਾਂ ਦਾ, ਕਿੰਨੀ मतलब ਚੱਲ ਰਹੀ ਸੀ ਇਹਦੇ ਨਾਲ। ਦੂਜੀ ਹੈ ਜਿਹੜੀ ਗੱਡੀ ਇੱਕੋਦਮ ਉੱਥੋਂ ਚੁੱਕ ਲਈ ਗਈ, ਰੋਡ ਸਾਫ਼ ਜਾਂ ਕੁਛ ਕੀ ਗੱਡੀ ਦੀ ਇਨਕੁਆਇਰੀ ਕੀਤੀ, ਗੱਡੀ ਨੂੰ ਇਨਵੈਸਟੀਗੇਟ ਕੀਤਾ ਕਿਸੇ ਨੇ ਕਿ ਉਹਦਾ ਜਿਹੜਾ ਥੱਲੋਂ ਸਸਪੈਂਸ਼ਨ ਸਿਸਟਮ ਸੀ, ਬ੍ਰੇਕਾਂ ਸੀਗੀਆਂ, ਕਿਹੜੀਆਂ ਚੀਜ਼ਾਂ ਉਹਦੇ ਨਾਲ ਛੇੜਛਾੜ, ਜਿੰਨੇ ਚਿਰ ਉਹ ਜਿਵੇਂ ਬਾਈ ਅੰਮ੍ਰਿਤਪਾਲ ਮਹਿਰ ਹੋਰਾਂ ਨੇ ਕਿਹਾ ਵੀ 2-3 ਦਿਨ ਤੋਂ ਫੋਨ ਨਹੀਂ ਸੀ ਚੁੱਕ ਰਿਹਾ, ਸ਼ੱਕ ਮੰਨਿਆ ਜਾਂਦਾ ਵੀ ਜਾਂ ਉਸ ਦਿਨ ਤੋਂ ਪਹਿਲਾਂ ਤੋਂ ਹੀ ਉਹ ਏਜੰਸੀਆਂ ਦੇ ਉਹਦੇ ਵਿੱਚ ਸੀਗਾ ਤੇ ਮਤਲਬ ਅਰੈਸਟ ਹੋਇਆ ਸੀ ਦੀਪ ਸਿੱਧੂ। ਤੇ ਉੱਥੇ ਉਹਦੀ ਗੱਡੀ ਨਾਲ ਕੀ ਛੇੜਛਾੜ ਕੀਤੀ ਗਈ ਹੋਊਗੀ, ਗੱਡੀ ਦੇ ਕੰਪਿਊਟਰ ਨਾਲ ਨੈਵਰ ਨੋ। ਕੋਈ ਇਨਵੈਸਟੀਗੇਸ਼ਨ ਹੋਈ ਹੈ ਤੇ ਕਰਨੀ ਵੀ ਕਿੰਨੇ ਸੀ ਇਨਵੈਸਟੀਗੇਸ਼ਨਾਂ ਕਿਹੜਾ ਕਾਤਲਾਂ ਦੇ ਐਡੀ ਛੇਤੀ ਨਹੀਂ। 100% ਗੱਲ ਐਗਜ਼ੈਕਟ ਆਪਾਂ ਨੂੰ ਕਦੀ ਕਲੀਅਰ ਨਹੀਂ ਇਹਨਾਂ ਨੇ ਹੋਣ ਦੇਣੀ, ਪਰ ਸਾਨੂੰ ਕਲੀਅਰ ਹੋਵੇ ਨਾ ਹੋਵੇ, ਸਾਨੂੰ ਇਹ ਕਲੀਅਰ ਆ, ਸਾਨੂੰ ਸਪਸ਼ਟ ਆ ਵੀ ਇਹ ਹੈ ਕਤਲ ਹੀ ਆ। ਇਹ ਸਾਡੇ ਮਨਾਂ ਦੇ ਵਿੱਚ ਵਸ ਚੁੱਕਾ ਹੈ, ਇਹ ਸਾਡੇ ਬਿਲਕੁਲ ਉਕਰਿਆ ਗਿਆ, ਕਿਸੇ ਨੇ ਨਹੀਂ ਕੁਦਰਤੀ ਵਾਪਿਆ। ਇਹ ਤਾਂ ਫਿਰ ਗੱਲ ਗਲਤ ਹੈ ਨਾ। ਇਹ ਤਾਂ ਉੱਥੇ ਅੰਨਿਆਂ ਨੂੰ ਵੀ ਦੱਸਣ ਡਿਆ, ਜਵਾਕ ਵੀ ਕਹੀ ਜਾਂਦੇ ਆ ਵੇਖ ਕੇ ਵੀ ਨਹੀਂ ਇਦਾਂ ਨਹੀਂ ਹੁੰਦਾ। ਜਿਹੜਾ ਬੰਦਾ ਸਪੋਰਟਸ ਕਾਰਾਂ ਚਲਾਉਣ ਦਾ ਸ਼ੌਕੀਨ ਸੀ, ਉਹਨੂੰ ਇਹ ਨਹੀਂ ਪਤਾ ਵੀ ਕਿਹੜੀ ਕਾਰ ਕਿਵੇਂ ਚਲਾਉਣੀ, ਕਿੱਦਾਂ। ਤੁਸੀਂ ਡਰਾਈਵ ਕਰ ਰਹੇ ਹੋ ਫਿਰ 5 ਲੇਨ ਹਾਈਵੇ ਤੇ, ਇੱਧਰ ਵੀ 2 ਲਾਈਨਾਂ ਖਾਲੀ ਨੇ, ਇੱਧਰ ਵੀ ਖਾਲੀ ਨੇ। ਜੇ ਖੁਦਾ ਨਾ ਖਾਸਤਾ ਵੱਜਣ ਲੱਗਦਾ ਤੇ ਉਹ ਜਿਵੇਂ ਆਂਦੇ ਨਾ ਵੀ ਮਾਂ ਨੂੰ ਵੀ ਡੁੱਬਦੀ ਨੂੰ ਕਿਤੇ ਦਿਸਦੇ ਨਾ ਥੱਲੇ ਪੁੱਤਰ ਦਾ ਸਿਰ ਦੇ ਉੱਤੇ ਪੈਰ ਰੱਖ ਕੇ ਪਹਿਲਾਂ ਆਪ ਬਾਹਰ ਨਿਕਲਦੀ ਹੈ। ਬੰਦਾ ਹਿਊਮਨ ਕੇ ਇੱਕ ਟਰੱਕ ਜਿਹੜਾ ਉਹ ਗੱਡੀ ਦੇ ਬਰਾਬਰ ਨਹੀਂ ਦੌੜ ਸਕਦਾ। ਫਿਰ ਜੇ ਇੱਥੋਂ ਮੰਨ ਲਓ ਇੱਕ ਜਗ੍ਹਾ ਤੋਂ ਲੰਘ ਗਿਆ ਬੰਦਾ, ਟਰੱਕ ਨਹੀਂ ਰਲ ਕੇ ਦੁਬਾਰਾ ਨਾਲ ਰੱਖ ਸਕਦਾ, ਉਹ ਫਿਰ ਅਗਲਾ ਟਰੱਕ ਉਹ ਕੰਮ ਕਰੂਗਾ। ਜੇ ਉੱਥੋਂ ਵੀ ਲੰਘ ਗਿਆ, ਉਹ ਟਰੱਕ ਨਹੀਂ ਦੁਬਾਰਾ ਪਿੱਛੇ ਬੌੜ ਸਕਦਾ, ਉੱਥੋਂ ਅਗਲਾ ਟਰੱਕ ਕੰਮ ਕਰੂਗਾ। ਇਹਦੀਆਂ ਇਹ ਵੀ ਹੋ ਸਕਦਾ ਕਈ ਮਿਸਟਰੀਜ਼ ਆਪ ਹੀ ਨੈਟ ਤੇ ਪਵਾ ਦੇਵੇ ਸਰਕਾਰ, ਏਜੰਸੀਆਂ, ਤਾਂ ਕਿ ਆਪਾਂ ਨੂੰ ਲੱਗੇ ਆਹ ਹੋਊਗਾ ਜਾਂ ਕਿਵੇਂ ਆਪਾਂ ਉਲਝੇ ਰਹੇ ਸੀ, ਜਾਂ ਸ਼ਰਾਬ ਬਹੁਤ ਪੀਤੀ ਸੀ ਅਸੀਂ, ਜਾਂ ਜੀ ਦੀਪ ਦੀ ਨਾ ਟਰੱਕ ਵਾਲੇ ਨਾਲ ਟਸਲ ਹੋ ਗਈ ਸੀ, ਦੀਪ ਗੱਡੀ ਭਜਾ ਕੇ ਅੱਗੇ ਕੱਢਣਾ ਚਾਹੁੰਦੇ ਸੀ ਟਰੱਕ ਤੋਂ। ਨਹੀਂ ਕੁਝ ਲੱਗਦਾ ਕਿ ਮਤਲਬ ਕਿ ਇਹ ਇੱਕ ਖੇਡ ਇਸ ਹਿਸਾਬ ਦਾ ਖੇਡਿਆ ਜਾ ਰਿਹਾ। ਫਿਰ ਜਿਹੜੀ ਸ਼ੈਂਪੇਨ ਦੀ ਬੋਟਲ ਆ, ਰਾਤ ਨੂੰ ਹੈ ਨਹੀਂ ਗੱਡੀ ਦੇ ਵਿੱਚ, ਫੋਟੋ ਦੇ ਵਿੱਚ, ਸਵੇਰੇ ਹੈਗੀ ਆ।
ਉਹਦੇ ਸ਼ੈਂਪੇਨ ਦੀ ਬੋਟਲ ਤੇ ਕਾਰਕ ਲੱਗਾ ਪਾਰਸ਼ੀਅਲੀ ਕਹਿੰਦੇ ਯੂਜ਼ਡ ਆ। ਮਤਲਬ ਦੀਪ ਸਿੱਧੂ ਨੇ ਕਿਤੇ ਬੋਟਲ ਖੋਲੀ, ਜਦੋਂ ਕਾਰਕ ਨਿਕਲਿਆ ਟੱਕ ਕਰਕੇ, ਤੇ ਫਿਰ ਦੀਪ ਵਿਹਲਾ ਸੀ ਉੱਥੇ, ਜਾਂ ਉਹਨੂੰ ਪਹਿਲੀ ਸ਼ੈਂਪੇਨ ਜੁੜੀ ਸੀ ਤੇ ਉਹ ਲੱਭਦਾ ਫਿਰਦਾ ਸੀ ਕਿ ਮੈਂ ਹੁਣ ਦੁਬਾਰਾ ਪੈਕ ਕਰ ਲਾਂਗਾ, ਅਗਲੀ ਪਾਰਟੀ ਫਿਰ ਖੋਲਾਂਗੇ ਜਾ ਕੇ, ਤੈਨੂੰ ਗੈਸ ਭਰਾ ਲਾਂਗੇ ਉੱਥੋਂ ਕਦੋਂ। ਇਹ ਕੋਈ ਬਣਦੀ ਮਤਲਬ ਸੈਂਸ। ਉਸ ਤੋਂ ਬਾਅਦ ਜਿਹੜੀ ਗੱਲ ਆਪਾਂ ਇਨਸਾਫ ਦੀ ਕਰਦੇ ਆ, ਤੁਸੀਂ ਭੁਲੇਖੇ ਜੋ ਕਿ ਮੈਂ ਭੁਲੇਖੇ ਚ। 1947 ਤੋਂ ਲਾ ਕੇ ਹੁਣ ਤੱਕ ਕਿੰਨਾ ਕੁ ਇਨਸਾਫ ਸਿੱਖਾਂ ਨੂੰ ਮਿਲਿਆ ਤੇ ਕਿੰਨਾ ਕੁ ਮਿਲਣ ਦੀ ਉਮੀਦ ਆ। ਇਨਸਾਫ ਲੈਣ ਲਈ ਵੀ ਨਾ ਡੈਮੋਕ੍ਰੇਟ ਵੇ ਦੇ ਨਾਲ ਹੱਕ ਲੈਣ ਲਈ ਵੀ ਟੇਬਲ ਟਾਕ ਤੱਕ ਪਹੁੰਚਣਾ ਪੈਂਦਾ ਤੇ ਟੇਬਲ ਟਾਕ ਦੇ ਤੁਹਾਨੂੰ ਕਾਬਲ ਨਹੀਂ ਸਮਝਦੇ ਸਿੱਖਾਂ ਨੂੰ। ਟੇਬਲ ਟਾਕ ਤੱਕ ਕਿਸੇ ਖੜਕੇ ਦੜਕੇ ਨਾਲ ਹੀ ਪਹੁੰਚਿਆ ਜਾਣਾ, ਆਪਣੀ ਹੋਂਦ ਵਿਖਾ ਕੇ, ਕਿ ਜੇ ਨਹੀਂ ਤੇ ਫਿਰ ਇਦਾਂ ਤੁਹਾਡੇ ਨਾਲ ਆ ਲੱਗਿਆ ਕੰਮ ਸ਼ੁਰੂ ਕਰਨ। ਉਹ ਥੋੜਾ ਜਦੋਂ ਖੜਾਕਾ ਹੋਊਗਾ, ਚਲੋ ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਪਤਾ ਨਹੀਂ ਕਿਹਦੇ ਕੋ ਸੇਵਾ ਕਦੋਂ ਕਿੱਥੇ ਲੈ ਲੈਣੀ ਹੈ। ਟੇਬਲ ਟਾਕ ਦੀ ਵਾਰੀ ਵੀ ਉਸ ਤੋਂ ਬਾਅਦ ਹੀ ਆਉਣੀ ਹੈ। ਧਿਰ ਤਾਂ ਬਣੋ ਪਹਿਲਾਂ ਉਹਨਾਂ ਦੇ ਬਰਾਬਰ, ਉਹ ਤੇ ਗਿਣਦੇ ਹੀ ਨਹੀਂ ਕਿ ਕੋਈ ਤੁਹਾਨੂੰ ਬਹਿ ਜਾਈਏ। ਦਿੱਲੀ ਬਾਰਡਰਾਂ ਤੋਂ ਉਹਨਾਂ ਨੇ ਗੱਲ ਥੋੜੀ ਕੀਤੀ ਹੈ। ਜਿਹੜੇ ਕਿਸਾਨ ਮੋਰਚੇ ਵਾਲੇ ਸੱਦੇ, ਉਹਨਾਂ ਨੂੰ ਜ਼ਲੀਲ ਕਰਨ ਲਈ ਸੱਦਿਆ, ਔਰ ਆ ਕੇ ਅਚਾਨਕ ਇੱਕੋ ਦਿਨ ਕਹਿ ਦਿੱਤਾ ਵੀ ਅੱਜ ਕਾਨੂੰਨ ਵਾਪਸ ਨਹੀਂ ਜਾਓ। ਗੱਲ ਨਹੀਂ ਕੀਤੀ। ਤੁਸੀਂ ਹੈ ਨਹੀਂ ਕਿ ਇਸ ਲੈਵਲ ਦੇ ਸਾਡੇ, ਕਿਉਂਕਿ ਧਿਰ ਨਹੀਂ ਬਣ ਪਏ ਨਾ ਜੇ। ਕਿਉਂਕਿ ਸਾਡਾ ਤੇ ਯਾਰ ਜਨਮ ਹੀ ਮਤਲਬ ਕਿ ਉਹ ਚਾਹ ਵੀ ਜੇ ਸਾਨੂੰ ਨਹੀਂ ਫਿਰ ਸ਼ਾਂਤੀ ਦੇ ਨਾਲ, ਸਾਡੇ ਕੋਲ ਫਿਰ ਆਪਣਾ ਦਾ ਹੈ ਹੀ ਆ। ਸੋ ਯਾ ਵੀਕਐਂਡ ਪਾਵਰਫੁਲ ਕੈਨ ਡੂ ਟੇਬਲ ਟਾਕ। ਉਹ ਇਸ ਵੇਲੇ ਦੁਨੀਆ ਦੀ ਆਪਣੇ ਮਨੋਂ ਪਾਣੀ ਤੀਜੀ ਕਿ ਚੌਥੀ ਤਾਕਤ ਆਪਦੇ ਨੂੰ ਸਮਝਦਾ ਹੈ। ਉਹ ਇਦਾਂ ਥੋੜੀ, ਉਹਨੂੰ ਥੋੜਾ ਜਿਹਾ ਗੋਡੇ ਉਹਦੇ ਲਵਾਉਣੇ ਪੈਣਗੇ। ਮਾਂ ਵੀ ਜਦੋਂ ਤੱਕ ਨਿਆਣੇ ਨੂੰ ਰੋਂਦੇ ਆਵਾਜ਼ ਨਾ ਸੁਣਦੀ ਤੇ ਦੁੱਧ ਨਹੀਂ ਚੰਗਾਉਂਦੀ, ਤੇ ਉਹ ਤੁਹਾਨੂੰ ਹੱਕ ਦੇ ਦੇਣਗੇ ਕਿਤੇ ਇਦਾਂ ਥਾਲੀ ਚ ਪਾ ਕੇ। ਐਡਾ ਕਿਤੇ ਖਾਲਾ ਜੀ ਦਾ ਵਾੜਾ। ਸੋ ਇਸ ਕਰਕੇ ਇੱਕ ਲੰਮੀ ਲੜਾਈ ਆ, ਲਾਮਬੰਦ ਹੋ ਜਾਓ। ਮੈਂ ਵਿਦੇਸ਼ ਰਹਿਣਾ ਤੇ ਜੇ ਮੈਂ ਵੀ ਚੁੱਪ ਕਰ ਜਾ, ਜਾਂ ਹੋਰ ਜਿਹੜੇ ਬਾਹਰ ਮੁਲਕਾਂ 'ਚ ਬੈਠੇ ਨੇ, ਸਾਡਾ ਬੜਾ ਵਧੀਆ ਸਰਦਾ। ਸਾਨੂੰ ਲੋੜ ਹੀ ਨਹੀਂ ਯਾਰ ਸੈਲਫਿਸ਼ ਹੋ ਕੇ ਜੀ, ਸਾਨੂੰ ਕੀ ਲੋੜ ਆ ਬੋਲਣ ਦੀ, ਕਰਨ ਦੀ। ਪਰ ਸਾਡਾ ਜ਼ਮੀਰ ਨਹੀਂ ਇਜਾਜ਼ਤ ਦਿੰਦਾ। ਪਰਮਾਤਮਾ ਕਿਰਪਾ ਕਰੇ ਕਿਤੇ ਇਹੋ ਜਿਹਾ ਸਿਸਟਮ ਤਾਣਾ ਬਾਣਾ ਬਣੇ, ਜੁੱਜ ਬਣੇ, ਸੁਭਾਗ ਪ੍ਰਾਪਤ ਹੋਵੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਵੀ ਚਲੋ ਫਿਰ ਜਦੋਂ ਆਵਾਂਗੇ ਸਿਰਾ ਲਾ ਕੇ। ਅਜੇ ਕਈਆਂ ਨੂੰ ਸ਼ਾਇਦ ਭੁਲੇਖਾ ਵੀ ਬਾਹਰ ਬਹਿ ਕੇ ਗੱਲ ਕਰਦੇ ਹੋ, ਇੱਥੇ ਕਰਦੇ ਗਏ ਆ। ਸਾਡੇ ਬਾਪ ਦਾਦੇ ਇੱਥੇ, ਇੰਦਰਾ ਗਾਂਧੀ ਇੱਥੇ ਮਾਰੀ ਸੀ, ਬੇਅੰਤ ਸਿੰਘ ਇੱਥੇ ਮਾਰਿਆ ਸੀ, ਤੇ ਨਿੱਜੀ ਤੌਰ ਤੇ ਚਲੋ ਮੇਰੇ ਪਿਤਾ ਦਾ ਵੀ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਕਿਤੇ ਇਤਿਹਾਸ ਪਤਾ ਕਰ ਲਿਓ ਕਿ ਮੂਵਮੈਂਟ ਦੇ ਵਿੱਚ ਕਿ ਇੱਥੋਂ ਬੋਲਦੇ ਗਏ ਆ। ਜਿਹੜੀ ਗੱਲ ਬਾਹਰ ਬਹਿਣ ਦੀ ਆ, ਸਿੰਘ ਨਹੀਂ ਜਾਂਦੇ ਰਹੇ ਬੀਕਾਨੇਰ ਦੇ ਜੰਗਲਾਂ ਦੇ ਵਿੱਚ 17ਵੀਂ 18ਵੀਂ ਸਦੀਆਂ ਦੇ ਵਿੱਚ। ਜਦੋਂ ਦੁਸ਼ਮਣ ਦੀ ਕਾਂਗ ਜ਼ੁਲਮ ਦੀ ਚੜ੍ਹ ਕੇ ਆਉਂਦੀ ਹੈ ਨਾ, ਉਦੋਂ ਬਜਾਏ ਉਹਦੇ ਕਿ ਸਿੱਧਾ ਅੱਗੇ ਖਲੋ ਕੇ ਮਲੀਆਂ ਮੇਟ ਹੋ ਜਾਣ ਦੇ, ਆਸੇ ਪਾਸੇ ਇੱਧਰ ਉੱਧਰ ਹੋ ਕੇ ਸ਼ਿਸ਼ਤ ਲੈ ਕੇ ਤਿਆਰੀ ਕਰਕੇ ਤੇ ਫਿਰ ਹਮਲਾਵਰ ਹੋਈਦਾ। ਜੰਗ ਦੇ ਉਹ ਹੁੰਦੇ ਆ ਤਰੀਕੇ ਹੁੰਦੇ ਆ, ਉਹਦੇ ਸਟੇਜਿਸ ਆ। ਕਈ ਵਾਰੀ ਦੁਸ਼ਮਣ ਦੇ ਉੱਤੇ 4 ਕਦਮ ਗਾਂਹ ਵੱਧ ਕੇ 2 ਫਿਰ ਪਿੱਛੇ ਆਉਣਾ ਪੈਂਦਾ, ਫਿਰ ਅਗਲੇ ਹਲੇ ਫਿਰ 4 ਚੜ ਕੇ 2 ਪਿੱਛੇ। ਸੋ ਜਿਹੜਾ ਪੰਜਾਬ ਵਾਲਾ ਸਿੱਖ ਆ, ਹਿੰਦੁਸਤਾਨ ਵਾਲਾ ਸਿੱਖ ਆ, ਉਹ ਆਪਦੀ ਬਣਦੀ ਭੂਮਿਕਾ ਬਹੁਤ ਸੋਹਣੀ ਨਿਭਾ ਰਿਹਾ ਤੇ ਹੋਰ ਬਾਖੂਬੀ ਨਿਭਾਏ। ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਦੇ ਅੱਗੇ, ਗੁਰੂ ਮਹਾਰਾਜ ਕਿਰਪਾ ਕਰਨ। ਬਾਹਰ ਵੱਖਰੇ ਮੁਲਕਾਂ, ਅੱਡੋ ਅੱਡੀ ਵਿਦੇਸ਼ਾਂ 'ਚ ਮੁਲਕਾਂ 'ਚ ਬੈਠੇ ਜਿਹੜੇ ਸਿੱਖ ਨੇ, ਉਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ। ਇਹ ਨੇ ਭਾਵੇਂ 10 ਕਦਮ ਤੁਰੇ ਆ ਤੇ ਉਹ ਗਲਤ ਨੇ, ਮਾੜੇ ਸਾਣੀਆਂ ਕੁਛ ਗਦਾਰ ਇੱਦਾਂ ਨਹੀਂ। ਜਿਹੜਾ ਜਿੰਨਾ ਆਪਦਾ ਇਹਦੇ ਵਿੱਚ ਪਾ ਗਿਆ ਯੋਗਦਾਨ ਆਜ਼ਾਦੀ ਦੇ ਸੰਘਰਸ਼, ਕੋਈ ਨਹੀਂ ਸਿਰ ਮੱਥੇ ਪ੍ਰਵਾਨ ਆ। ਦੂਸਰੀ ਗੱਲ ਆ ਕੌਮ ਲੀਡਰਲੈਸ। ਸਾਡਾ ਭਰਾ ਦੀਪ ਸਿੱਧੂ ਗਿਆ, ਸਾਨੂੰ ਦੁੱਖ ਆ ਤੇ ਦੁੱਖ ਸਾਰੀ ਕੌਮ ਨੂੰ ਰਹਿਣਾ ਹੈ। ਨੂੰ ਪਿਆਰ ਕਰਨ ਵਾਲੇ, ਮਾਨਵਤਾ ਨੂੰ ਪਿਆਰ ਕਰਨ ਵਾਲੇ ਹਰ ਉਸ ਸ਼ਖਸ, ਕੋਈ ਸਿੱਖ ਸੀ ਬੰਦਾ, ਸਿੱਖ ਹੈ ਬੰਦਾ, ਚਾਹੇ ਕੋਈ ਮੁਸਲਮਾਨ ਆ, ਚਾਹੇ ਕੋਈ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਆ, ਕੋਈ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ, ਕਿਤੋਂ ਵੀ ਆ, ਜਿਹਦੇ 'ਚ ਕੋਈ ਰੱਤੀ ਮਾਨਸਿਕ ਵੀ ਕੋਈ ਤੱਤ ਇਨਸਾਨੀਅਤ ਵਾਲਾ ਬਚਿਆ ਨਾ, ਉਹ ਸਿੰਘ ਤਲਵਾਰ ਸਾਹਿਬ ਨੇ ਇਹ ਇੱਕ ਪੈਨਲ ਬਣਾ ਕੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਸਪੋਕਸ ਪਰਸਨ ਚੁਣ ਲਿਆ ਜਾਵੇ। ਜੇ ਆਪਾਂ ਇੱਕ ਲੀਡਰ ਤੇ ਅਜੇ ਨਹੀਂ ਸਹਿਮਤੀ ਬਣਦੀ ਤਾਂ ਇਹ ਨਹੀਂ ਕਿ ਆਪਾਂ ਗੇਮ ਹੀ ਖਰਾਬ ਕਰ ਲੈਣੀ ਇੱਥੇ ਤੱਕ ਪਹੁੰਚੀ। ਇੱਕ ਪੈਨਲ ਬਣਾ ਕੇ ਜਿਹੜੇ ਵਿਸ਼ਵਾਸ ਪਾਤਰ ਆ,
ਜਿਨ੍ਹਾਂ ਦੇ ਮੈਂ ਨਾਮ ਦੱਸ ਚੁੱਕਾ, ਉਹਨਾਂ ਦੀ ਚੋਣ ਕੌਮ ਕਰੇ। ਪੰਜਾਬ ਵਾਲੇ ਕਰੋ, ਤੁਸੀਂ ਉੱਥੇ ਬੈਠੇ ਹੋ, ਤੁਸੀਂ ਅਕਸਰ ਮਿਲਦੇ ਵਰਤਦੇ ਹੋ, ਤੁਸੀਂ ਸਾਰਾ ਸਿਸਟਮ ਚਲਾਉਣਾ ਵੀ ਹੈ। ਅਕਸਰ ਜਿਹੜਾ ਨੇੜੇ ਰਹਿਣਾ ਜਾਂ ਰਹੇ ਵੀ ਹੋ ਸੰਘਰਸ਼ 'ਚ, ਤੁਹਾਨੂੰ ਪਤਾ ਹੈ ਇਹਨਾਂ ਬੰਦਿਆਂ ਦੇ ਕਿਰਦਾਰਾਂ ਦਾ, ਕਿੱਥੋਂ ਕਦੋਂ ਦੇ ਤੁਰੇ ਨੇ ਤੇ ਅਜੇ ਤੱਕ ਖਲੋਤੇ ਨੇ। ਬਾਕੀ ਜਿਹੜੀ ਗੱਲ ਆ ਉਹ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ, ਆ ਤੁਹਾਡੀ ਸਾਡੀ ਸਾਰਿਆਂ ਦੀ ਆਪਣੀ ਅਣਖ ਦੀ ਪਛਾਣ ਉੱਥੋਂ ਬਕਸਿਆਂ ਦੇ ਵਿੱਚੋਂ ਨਿਕਲ ਆਉਣੀ ਇੱਦਣ ਵੋਟਾਂ ਵਾਲੇ ਰਿਜ਼ਲਟਾਂ 'ਚ ਵੀ ਕਿੱਥੇ ਕਿਹੜਾ ਕਿੰਨਾ ਭੁਗਤਿਆ। ਅੱਜ ਸ਼ਾਇਦ ਆਪਾਂ ਇੱਥੇ ਕੁਛ ਕਿਹਾ ਜੀ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਇਹ ਲੱਗ ਜਾਣਾ ਪਤਾ ਆਪਣਾ। ਪਾ ਦਿਓ ਜੇ ਕਿ ਯਾਰ ਕੱਲ ਕਾਰ ਨੂੰ ਕਿਤੇ ਕੋਈ ਨਸ਼ਾ ਪੱਤਾ ਵੇਚਣ ਵਾਲਾ ਜਾਂ ਆਪਣਾ ਕੋਈ ਭਰਾ ਭਤੀਜਾ ਕੋਈ ਸ਼ਰਾਬ ਦੀ ਭੱਠੀ ਕਿਹਦੀ ਛਡਾਉਣੀ ਹੋਈ ਤੇ ਸਿਮਰਨਜੀਤ ਸਿੰਘ ਮਾਨ ਨੇ ਛਡਾਉਣੀ ਨਹੀਂ, ਰਹਿਣ ਦਿਓ, ਇਹਨੂੰ ਵੋਟ ਨਾ ਪਾਓ। ਕਮੀਆਂ ਆਪਾਂ ਕਹਿੰਦੇ ਲੀਡਰ ਵੇਖ ਜਾਂਦਾ, ਆਪਾਂ ਜਦੋਂ ਪਹਿਲਾਂ ਵੇਖ ਜਾਂਦੇ ਕਮੀਆਂ ਆਪਣੇ 'ਚ ਵੀ ਨੇ। ਆਪਾਂ ਦੀ ਜੇ ਗੱਲ ਆ ਬਿਲਕੁਲ ਸਾਹਮਣੇ ਹੀ ਇੱਕਦਮ ਚਿਹਰਾ ਉੱਭਰ ਰਿਹਾ ਸੀ, ਅਜੇ ਬੜਾ ਲੰਮਾ ਸਫ਼ਰ ਸੀ ਅਜੇ, ਤੇ ਸਾਨੂੰ ਇਹ ਸੀਗਾ ਵੀ ਹਾਂ ਟਰੈਕ ਤੇ ਆ ਗਏ ਆ, ਕਿੱਥੇ ਤੱਕ ਪਹੁੰਚਣਾ ਸੀ। ਸਾਡੀ ਗੱਡੀ ਟਰੈਕ ਤੇ ਚੜ੍ਹਦੀ ਫਿਰ ਉੱਥੋਂ ਲਾਰੂ ਹੋ ਕੇ ਡਿੱਗ ਪਈ। ਇੱਕ ਬਿਮਾਰੀ ਨੇ ਘੇਰ ਲਿਆ। ਇਸੇ ਤਰ੍ਹਾਂ ਹੀ ਸੰਘਰਸ਼ਾਂ ਦਾ ਜੀਵਨ ਹੁੰਦਾ, ਕੋਈ ਗੱਲ ਨਹੀਂ, ਊਚ ਨੀਚ ਆਉਂਦੀ ਰਹਿੰਦੀ ਆ, ਕਿਤੇ ਉੱਪਰ ਚਲੇ ਗਏ ਕਿਤੇ ਥੱਲੇ ਆ ਗਏ, ਏਡੀ ਕੋਈ ਗੱਲ ਨਹੀਂ। ਤੇ ਤਗੜੇ ਰਹੋ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਇੱਕ ਵਾਰੀ ਫੇਰ ਰੂਬਰੂ ਹੋ ਰਹੇ ਆ। ਇਹ ਸਿਲਸਿਲਾ ਕੁਝ ਦਿਨਾਂ ਤੱਕ ਜਾਰੀ ਰੱਖਣਾ ਪਊਗਾ। ਇਹ ਆ ਲੜਾਈ ਆ ਹੋਂਦ ਦੀ। ਜਦੋਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦੀ ਆ। ਮਾਂ ਬੋਲੀ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦੀ ਆ। ਆਪਦੇ ਫਲਸਫਿਆਂ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦੀ ਆ। ਜਦੋਂ ਅਸੀਂ ਸਾਡੇ ਰਹਿਬਰਾਂ ਤੇ ਕੋਈ ਸਵਾਲ ਚੱਕਦਾ, ਸਾਡੇ ਗੁਰੂਆਂ ਤੇ ਸਵਾਲ ਚੱਕਦਾ, ਲੜਾਈ ਉੱਥੇ ਵੀ ਹੋਂਦੀ ਆ। ਸੋ ਇਹਦਾ ਮਤਲਬ ਹੋਂਦ ਦੀ ਲੜਾਈ ਬੜੇ ਫਰੰਟਾਂ ਤੇ ਲੜੀ ਜਾ ਰਹੀ ਆ। ਹੁਣ ਜੇ ਇਹਨਾਂ ਕਦਰਾਂ ਕੀਮਤਾਂ ਨੂੰ ਗਵਾ ਕੇ ਅਸੀਂ ਇਸ ਸਮਾਜ ਨੂੰ, ਇਹਦੀ ਬਣਤਰ ਨੂੰ, ਜਿਹੜੇ ਇੱਕ ਹਿਸਟੋਰੀਕਲ ਪ੍ਰੋਸੈਸ ਦੇ ਥਰੂ ਇਵੋਲਵ ਹੋ ਕੇ ਬਣਿਆ ਹੋਇਆ, ਇਹਨੂੰ ਅਸੀਂ ਤਾਂ ਨਹੀਂ ਬਣਾਇਆ। ਇਹ ਤਾਂ ਨਹੀਂ ਵੀ ਤੁਸੀਂ ਤੇ ਮੈਂ ਮਿੱਥ ਕੇ ਇਸ ਸਮਾਜ ਨੂੰ ਜਾਂ ਇਹੋ ਜਿਹਾ ਬਣਾਤਾ ਤੇ ਇਸ ਸੋਸ਼ਲ ਸਟਰਕਚਰ ਚੋਂ ਇੱਕ ਖਾਸ ਤਰ੍ਹਾਂ ਦੇ ਜਿਹੜੇ ਸੁਭਾਅ ਪੈਦਾ ਹੋਣ ਲੱਗ ਗਏ ਤੇ ਉਸ ਤਰ੍ਹਾਂ ਦੇ ਇਨਸਾਨ ਪੈਦਾ ਹੋਣ ਲੱਗ ਗਏ। ਇਹ ਤਾਂ ਨਹੀਂ ਆ। ਇਹ ਇੱਕ ਲੰਬਾ ਜਿਹੜਾ ਇਵੋਲਵ ਹੋਣ ਵਾਲਾ ਹਿਸਟੋਰੀਕਲ ਪ੍ਰੋਸੈਸ ਆ, ਉਹਦੇ ਵਿੱਚੋਂ ਇੱਕ ਕਦਰਾਂ ਕੀਮਤਾਂ ਉਸਰੀਆਂ, ਉਹਦੇ ਤੇ ਸਮਾਜ ਉਸਰਿਆ ਤੇ ਅਸੀਂ ਇੱਕ ਖਾਸ ਤਰ੍ਹਾਂ ਦੀ ਸੋਚ ਸਾਡੀ ਪੈਦਾ ਹੋਈ ਆ। ਹੁਣ ਅਸੀਂ ਲੜਾਈ ਕੀ ਲੜ ਰਹੇ ਹਾਂ? ਲੜਾਈ ਤਾਂ ਇਹੀ ਲੜ ਰਹੇ ਹਾਂ ਵੀ ਅਸੀਂ ਆਪਦੀ ਹੋਂਦ ਨੂੰ ਸਾਂਭ ਕੇ ਰੱਖੀਏ। ਅੱਜ ਜਿਹੜੀ ਨੇਸ਼ਨ ਸਟੇਟ ਆ ਜਾਂ ਦਿੱਲੀ ਹਨਾ, ਜਾਂ ਇਹ ਸਰਕਾਰਾਂ ਇਹ ਚਾਹੁੰਦੀਆਂ ਵੀ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਉਹਨਾਂ ਦੇ ਕਿਰਦਾਰ ਤੋਂ, ਉਹਨਾਂ ਦੇ ਗੁਰੂ 'ਚ ਭਰੋਸੇ ਤੋਂ ਤੇ ਉਹਨਾਂ ਦੇ ਜਿਹੜੇ ਫਲਸਫੇ ਆ, ਇਹਨਾਂ ਹਰ ਕਿਸੇ ਚੀਜ਼ ਤੋਂ ਦੂਰ ਕਰ ਦਿੱਤਾ ਜਾਵੇ। ਇਹਨਾਂ ਦੀ ਸੱਭਿਆਚਾਰਕ ਹੋਂਦ ਖਤਮ ਕਰਕੇ ਇਹਨਾਂ ਨੂੰ ਵੱਖਰੀ ਤਰ੍ਹਾਂ ਦੀ ਇੱਕ ਸਿਵਲਾਈਜੇਸ਼ਨ ਘੜ ਦਿਓ। ਇਹ ਤਾਂ ਉਹ ਚਾਹੁੰਦੇ ਆ। ਤੇ ਸਾਡੀ ਲੜਾਈ ਕੀ ਆ? ਸਾਡੀ ਲੜਾਈ ਇਹੀ ਆ ਵੀ ਇਹਦੇ ਖਿਲਾਫ ਅਸੀਂ ਆਪਦੀ ਰਿਜ਼ੈਂਟਮੈਂਟ, ਅਸੀਂ ਡਟ ਕੇ ਖੜੇ ਹੋ ਗਏ ਤੇ ਅਸੀਂ ਇਹ ਰੈਜ਼ਿਸਟੈਂਸ ਇਹਨਾਂ ਨੂੰ ਦੇ ਰਹੇ ਹਾਂ ਵੀ ਅਸੀਂ ਤੁਹਾਡੇ ਮਨੁੱਖੀ ਬੁੱਧੀ ਚੋਂ ਜਾਂ ਤੁਹਾਡੇ ਇੱਕ ਪੋਲੀਟੀਕਲ ਡਿਜ਼ਾਈਨ ਚੋਂ ਪੈਦਾ ਕੀਤੀ ਹੋਈ ਸੋਚ ਦੇ ਹਿਸਾਬ ਨਾਲ ਆਪਦੀ ਇੱਥੇ ਹੋਂਦ ਨਹੀਂ ਘੜਨੀ। ਸਾਡੀ ਜਿਹੜੀ ਹੋਂਦ ਆ ਉਹ ਸਾਡੇ ਫਲਸਫੇ ਚੋਂ, ਇਤਿਹਾਸ ਦੇ ਜਿਹੜੇ ਪੈਦਾ ਕੀਤੇ ਹੋਏ ਇੱਕ ਪ੍ਰੋਸੈਸ ਚੋਂ ਇਵੋਲਵ ਹੋ ਕੇ ਬਣੀ ਹੋਈ ਆ। ਇਹਦੇ ਤੇ ਅਸੀਂ ਕੋਈ ਸਮਝੌਤਾ ਨਹੀਂ ਕਰਨਾ। ਹੁਣ ਜਦੋਂ ਕੋਈ ਆਪਾਂ ਗੱਲ ਕਰਦੇ ਆ, ਚਾਹੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੋਵੇ, ਕਿਸਾਨੀ ਸੰਘਰਸ਼ ਦੀ ਆੜ 'ਚ ਜੇ ਆਪਾਂ ਉਹਨਾਂ ਕਦਰਾਂ ਕੀਮਤਾਂ ਨੂੰ, ਉਹ ਕਦਰਾਂ ਕੀਮਤਾਂ ਜਿਹੜੀਆਂ ਪਵਿੱਤਰ ਆ, ਉਹਨਾਂ ਕਦਰਾਂ ਕੀਮਤਾਂ ਤੇ ਹੀ ਸਮਝੌਤੇ ਕਰਨ ਲੱਗੇ, ਫਿਰ ਗੱਲ ਖੜੂ ਕਿੱਥੇ ਜਾ ਕੇ? ਸੋ ਇਸ ਕਰਕੇ ਇੱਕ ਜਿਹੜਾ ਚੇਤਨ ਮਨੁੱਖ ਆ ਨਾ, ਜਿਵੇਂ ਸਾਨੂੰ ਵਾਹਿਗੁਰੂ ਨੇ ਜਾਂ ਇਹ ਕਹਿ ਲਓ ਵੀ ਅਕਾਲ ਪੁਰਖ ਨੇ ਸਾਜਿਆ, ਜਿਹੜਾ ਚੇਤਨ ਮਨੁੱਖ ਆ, ਜਿਹਦੀ ਜ਼ਿੰਮੇਵਾਰੀ ਆ ਵੀ ਉਹਨਾਂ ਕਦਰਾਂ ਕੀਮਤਾਂ ਨੂੰ ਸਾਂਭ ਕੇ ਰੱਖਣਾ, ਉਹ ਤਾਂ ਇਹ ਸੋਚੂਗਾ ਵੀ ਮੈਂ ਕਿਸ ਤਰ੍ਹਾਂ ਦੇ ਸਮਾਜ 'ਚ ਰਹਿ ਰਿਹਾ, ਇਹ ਸਮਾਜ ਕਿਸ ਤਰ੍ਹਾਂ ਦੇ ਮਨੁੱਖ ਘੜ ਰਿਹਾ ਤੇ ਇੱਥੇ ਸਾਨੂੰ ਕਿਵੇਂ ਵਿਚਰਨਾ ਚਾਹੀਦਾ। ਤੇ ਜੇ ਇਹ ਗੱਲਾਂ ਆਪਾਂ ਨਹੀਂ ਸੋਚਦੇ, ਫਿਰ ਇੱਕ ਪੁਰਜੇ ਦੀ ਤਰ੍ਹਾਂ ਰਹੀ ਜਾਓ ਸਮਾਜ ਦੇ, ਜਿਹਦੀ ਆਪਦੀ ਕੋਈ ਸੋਝੀ ਨਹੀਂ, ਆਪਦੀ ਕੋਈ ਚੇਤਨਾ ਨਹੀਂ। ਇਸ ਤਰ੍ਹਾਂ ਤਾਂ ਮੈਨੂੰ ਐਂ ਲੱਗਦਾ ਵੀ ਸਾਡੇ ਗੁਰੂਆਂ ਨੇ ਸਾਨੂੰ ਰਹਿਣ ਲਈ ਨਹੀਂ ਆਖਿਆ। ਸਾਨੂੰ ਇੱਕ ਚੇਤਨ ਮਨੁੱਖ ਦੇ ਰੂਪ 'ਚ ਇੱਕ ਵਿਵੇਕ ਬਖਸ਼ਿਆ ਹਨਾ ਅਕਾਲ ਪੁਰਖ ਵਾਹਿਗੁਰੂ ਨੇ, ਤੇ ਉਸ ਵਿਵੇਕ ਤੋਂ ਅਸੀਂ ਸੋਚਦੇ ਹਾਂ। ਇਸੇ ਕਰਕੇ ਉਸ ਵਿਵੇਕ ਦੇ ਵਿੱਚੋਂ ਹੀ ਇਹ ਗੱਲ ਸਾਡੇ ਮਨਾਂ 'ਚ ਆਈ ਵੀ ਅਸੀਂ ਲੜਾਈ ਸਾਡੇ ਘਰਾਂ 'ਚ ਆ ਚੁੱਕੀ ਆ, ਲੜਾਈ ਸਾਡੀ ਹੋਂਦ ਦੀ ਆ, ਤੇ ਇਸ ਹੋਂਦ ਦੀ ਲੜਾਈ ਨੂੰ ਹੁਣ ਸਾਨੂੰ ਲਕੀਰ ਖਿੱਚ ਕੇ ਲੜਨਾ ਪਊਗਾ।
ਇਹ ਤੁਸੀਂ ਕਿਵੇਂ ਕਿਆਸਾਈਆਂ ਲਾ ਲੀਆਂ, ਅੰਦਾਜ਼ੇ ਲਾ ਲਏ ਵੀ ਕਿਸਾਨੀ ਸੰਘਰਸ਼ ਮੇਰਾ ਸੰਘਰਸ਼ ਨਹੀਂ ਆ ਜਾਂ ਸਾਡਾ ਸੰਘਰਸ਼ ਨਹੀਂ ਆ। ਕਿਸਾਨੀ ਸੰਘਰਸ਼ ਮੈਂ ਵੀ ਓਨਾ ਹੀ ਜੁੜਿਆ ਹੋਇਆ ਜਿੰਨਾ ਪੰਜਾਬ ਦਾ ਹਰ ਮਨੁੱਖ, ਹਰ ਰੂਹ ਜੁੜੀ ਆ ਉਸ ਸੰਘਰਸ਼ ਨਾਲ। ਹਰ ਰੋਜ਼ ਕਿਸਾਨੀ ਸੰਘਰਸ਼ ਦੀ ਜਿੱਤ ਲਈ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਉੱਥੋਂ ਜਿੱਤ ਕੇ ਮੁੜੀਏ, ਔਰ ਇਹ ਵੀ ਅਰਦਾਸ ਕਰਦੇ ਹਾਂ ਵੀ ਬਾਜਾਂ ਵਾਲਿਓ ਤੁਹਾਡੀ ਅਗਵਾਈ 'ਚ ਸੰਘਰਸ਼ ਲੜ ਰਹੇ ਆ ਤੇ ਹੁਣ ਜਿੱਤੇ ਬਿਨਾ ਮੁੜਿਆ ਵੀ ਨਹੀਂ ਜਾਣਾ। ਪਰ ਸਾਡੀ ਜਿਹੜੀ ਲੜਾਈ ਆ, ਜਿਹੜੀ ਹੋਂਦ ਦੀ ਲੜਾਈ ਆਪਾਂ ਲੜ ਰਹੇ ਹਾਂ, ਉਹ 3 ਕਾਨੂੰਨਾਂ ਤੱਕ ਸੀਮਤ ਤਾਂ ਨਹੀਂ ਆ, ਲੜਾਈ ਉਦੋਂ ਵੱਡੀ ਆ, ਇਹ ਸਾਨੂੰ ਪਤਾ। ਸੋ ਇਸ ਗੱਲ ਨੂੰ ਸਮਝ ਕੇ ਇਹ ਬਹੁਤ ਫਰੰਟਾਂ ਤੇ ਲੜਾਈ ਲੜੀ ਜਾ ਰਹੀ ਆ। ਇਹ ਕਿਆਸਾਈਆਂ ਤੇ ਅੰਦਾਜ਼ੇ ਲਾਉਣੇ ਬੰਦ ਕਰੋ ਵੀ ਦੀਪ ਸਿੱਧੂ ਦਾ ਕਿਸਾਨੀ ਸੰਘਰਸ਼ ਨਾਲ ਕੋਈ ਉਹਦੇ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਹੀਂ ਆ, ਜਾਂ ਕਿਸਾਨੀ ਸੰਘਰਸ਼ ਦੇ ਦੀਪ ਸਿੱਧੂ ਕੋਈ ਉਲਟ ਪੋਜੀਸ਼ਨ ਲੈ ਕੇ ਖੜਾ ਹੋ ਗਿਆ। ਇਹ ਤੁਹਾਨੂੰ ਕਿਹਨੇ ਕਹਿਤਾ? ਜੇਲਾਂ ਕੱਟਿਆਏ ਤੁਹਾਡੇ ਨਾਲ ਸੜਕਾਂ ਤੇ ਤੰਬੂਆਂ ਤੇ ਬੈਠ ਗਏ, ਤੇ ਹਜੇ ਵੀ ਜੇ ਇਹ ਪ੍ਰੂਵ ਕਰਨਾ ਪਊਗਾ ਵੀ ਕਿਸਾਨੀ ਸੰਘਰਸ਼ ਨਾਲ ਮੇਰਾ ਕੋਈ ਨਾਤਾ ਜਾਂ ਮੇਰਾ ਕੋਈ ਤਾਲਮੇਲ ਨਹੀਂ ਆ, ਫਿਰ ਤਾਂ ਗੱਲ ਮੇਰੇ ਖਿਆਲ 'ਚ ਬੜੀ ਬਦਕਿਸਮਤੀ ਆ। ਤੇ ਇਹ ਉਹਨਾਂ ਬੰਦਿਆਂ ਲਈ ਬਦਕਿਸਮਤੀ ਦੀ ਗੱਲ ਆ ਜਿਹੜੇ ਬੰਦੇ ਸਮਝਣ ਨੂੰ ਤਿਆਰ ਨਹੀਂ, ਕਿਉਂਕਿ ਜਿਨ੍ਹਾਂ ਨੇ ਵਿਰੋਧ ਕਰਨਾ ਹੁੰਦਾ ਉਹਨਾਂ ਨੇ ਤਾਂ ਫਿਰ ਵਿਰੋਧ ਹੀ ਕਰਨਾ, ਉਹਨਾਂ ਨੇ ਇਹ ਗੱਲਾਂ ਨਹੀਂ ਸਮਝਣੀਆਂ ਹੁੰਦੀਆਂ। ਸੋ ਗੱਲ ਜਿੱਥੇ ਆ ਕੇ ਖੜੀ ਆ, ਦੇਖੋ ਜਦੋਂ ਸੰਘਰਸ਼ ਕਰੀਦਾ, ਸੰਘਰਸ਼ ਕਿਹਦੇ ਖਿਲਾਫ ਕਰ ਰਹੇ ਆ? ਸੰਘਰਸ਼ ਉਹ ਬੀਜੇਪੀ ਜਾਂ ਉਹ ਤਾਨਾਸ਼ਾਹ ਮੋਦੀ ਜਿਹੜਾ ਬੈਠਾ ਉਹਦੇ ਖਿਲਾਫ ਕਰ ਰਹੇ ਆ। ਇਸ ਸਟੇਟ ਦੀ ਇੱਕ ਆਰਗਨ ਦੇ ਖਿਲਾਫ, ਇੱਕ ਐਸਪੈਕਟ ਦੇ ਖਿਲਾਫ ਸੰਘਰਸ਼ ਕਰ ਰਹੇ ਆ। ਹੁਣ ਜੇ ਸੰਘਰਸ਼ ਕਰ ਰਹੇ ਆ ਤਾਂ ਅਸੀਂ ਸੰਘਰਸ਼ ਕਰਨ ਵਾਲੇ ਪਾਸੇ ਆਈਏ। ਜਿੱਦਾਂ ਦਿੱਲੀ ਨੂੰ ਜਾਣਾ ਹੋਇਆ, ਜਿੱਦਾਂ ਮਿੱਥ ਕੇ ਜਾਣਾ ਹੋਇਆ ਵੀ ਹੁਣ ਮੱਥੇ 'ਚ ਵੱਜਾਂਗੇ, ਸਿੱਧੀ ਜਾ ਕੇ ਟੱਕਰ ਲਵਾਂਗੇ, ਉਦਾਂ ਦੀਪ ਸਿੱਧੂ ਨੂੰ ਬੁਲਾ ਲਿਓ। ਦੀਪ ਸਿੱਧੂ ਸਾਹਮਣੇ ਤੇ ਮੂਹਰੇ ਖੜਾ ਹੋਊਗਾ। ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਤਾਂ ਦੀਪ ਸਿੱਧੂ ਤੋਂ ਸੰਘਰਸ਼ ਨਹੀਂ ਕਰੇ ਜਾਂਦੇ। ਸੋ ਇਹੋ ਜਿਹਾ ਸੰਘਰਸ਼ ਮੈਨੂੰ ਨਹੀਂ ਆਉਂਦਾ ਵੀ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਲਈਏ ਉਹਨਾਂ ਦੇ ਤੇ ਫਿਰ ਉਹਨਾਂ ਦੇ ਮੂਹਰੇ ਦਰਾਂ ਤੇ ਜਾ ਕੇ ਬਹਿ ਕੇ ਕਹੀਏ ਅਸੀਂ ਸੰਘਰਸ਼ ਕਰ ਰਹੇ ਹਾਂ। ਡਰਾਮੇ ਮੇਰੇ ਤੋਂ ਨਹੀਂ ਹੋ ਸਕਦੇ। ਕਿਉਂ? ਇਹ ਇੱਕ ਬੜੀ ਪੁਰਾਣੀ ਗੱਲ ਆ। ਜਦੋਂ ਇਸ ਸਾਰੇ ਸੰਘਰਸ਼ ਦੇ ਅਰਸੇ ਦੌਰਾਨ ਮੈਂ ਬੜੀਆਂ ਚੀਜ਼ਾਂ ਦੇਖੀਆਂ ਵੀ ਇੱਕ once I climb one mountain and I go on top of it and I see there are many more mountains which still or yet has to be climbed. ਸੋ ਗੱਲ ਇਹ ਆ ਵੀ ਇੱਕ ਪਹਾੜ ਚੜੋ ਤੇ ਫਿਰ ਗਾਂ ਹੋਰ ਦੇਖਦੇ ਆ ਵੀ ਬੜੇ ਚੋਟੀਆਂ ਤੇ ਪਹਾੜ ਪਏ ਆ ਜਿਨ੍ਹਾਂ ਨੂੰ ਹੋਰ ਚੜ੍ਹਨਾ ਪਊਗਾ ਤੇ ਉਹਨਾਂ ਦੇ ਉੱਤੋਂ ਉਹਨਾਂ ਨੂੰ ਵੀ ਸਰ ਕਰਨਾ ਪਊਗਾ। ਸੋ ਸੰਘਰਸ਼ ਦੀ ਇੱਕ ਜਿਹੜੀ ਜਜ਼ਬਾ ਜਾਂ ਇਹਦਾ ਆਪਾਂ ਇਹ ਕਹਿ ਲਈਏ ਵੀ ਇਹਦਾ ਇੱਕ ਜਿਹੜਾ ਅਸੈਂਸ ਆ ਉਹ ਇਹੀ ਆ। ਇੱਥੇ ਕਿਸੇ ਇੱਕ ਪੌੜੀ ਤੇ ਚੜ੍ਹਦੇ ਆ, ਗਾਂ ਅਗਲੀ ਪੌੜੀ ਤਿਆਰ ਰਹਿੰਦੀ ਆ। ਪਰ ਇੱਕ ਵਾਰੀ ਇਹ ਗੱਲ ਵੀ ਮੈਂ ਕਿਸੇ ਸਿਆਣੇ ਮਨੁੱਖ ਤੋਂ, ਕਿਸੇ ਸਿਆਣੇ ਬੰਦੇ ਤੋਂ ਸੁਣੀ ਸੀ ਵੀ ਸੱਚ ਜਿਹੜਾ ਹੁੰਦਾ ਨਾ ਉਹ ਕੌੜਾ ਬਹੁਤ ਹੁੰਦਾ, ਪਰ ਸੱਚ ਜੇ ਇੰਨੀ ਸੌਖੇ ਤਰੀਕੇ ਨਾਲ ਹੀ ਜਿੱਤਣ ਲੱਗ ਗਿਆ ਫਿਰ ਤਾਂ ਸਾਡੇ ਗੁਰੂਆਂ ਵੇਲੇ ਉਹ ਵੀ ਸੱਚ ਬੋਲਦੇ ਸੀ, ਫਿਰ ਤਾਂ ਜਿੱਤਣਾ ਬੜਾ ਆਸਾਨ ਸੀ। ਸੱਚ ਬੋਲਿਆ ਤੇ ਸੱਚ ਨੇ ਜਿੱਤ ਲਿਆ। ਸੱਚ ਨੂੰ ਜਿੱਤਣ ਲਈ ਬੜੇ ਲੰਬੇ ਸੰਘਰਸ਼ ਦੀ ਜ਼ਰੂਰਤ ਹੁੰਦੀ ਆ ਤੇ ਸੱਚ ਨੇ ਬੜੇ ਲੰਬੇ ਸੰਘਰਸ਼ ਦੇ ਬਾਅਦ ਜਿੱਤਣਾ ਸੱਚ ਨਹੀਂ ਹੁੰਦਾ, ਖੜੇ ਸੱਚ ਤੇ ਹੀ ਆ। ਪਰ ਇਸ ਗ੍ਰਾਈਂਡ ਚੋਂ, ਇਸ ਦੌਰ ਚੋਂ ਨਿਕਲਣਾ ਵੀ ਇੱਕ ਸਾਡੇ ਲਈ ਇਮਤਿਹਾਨ ਆ ਜਿਹਦੇ ਚੋਂ ਨਿਕਲੀ ਜਾ ਰਹੇ ਆ। ਅੱਜ ਜਿੱਥੇ ਦੀਪ ਸਿੱਧੂ ਖੜਾ ਪੰਜਾਬ ਲਈ ਇੱਕ ਚੇਤੰਨ ਮਨੁੱਖ ਦੇ ਤੌਰ ਤੇ, ਇੱਕ ਗੱਲ ਮੈਂ ਤੁਹਾਨੂੰ ਅੱਜ ਲਾਈਵ 'ਚ ਆਪਦੇ ਇੱਕ ਸੈਸ਼ਨ 'ਚ ਇਹ ਦੱਸ ਰਿਹਾ, ਦੀਪ ਸਿੱਧੂ ਆਪਦੇ ਕੰਮ ਤੇ ਵਾਪਸ ਜਾ ਰਿਹਾ। ਫਿਲਮਾਂ ਵੀ ਬਣਾਵਾਂਗੇ ਪੰਜਾਬ ਦੇ ਲਈ, ਇੱਕ ਆਰਗੇਨਾਈਜੇਸ਼ਨ ਜਾਗਦੇ ਜ਼ਮੀਰਾਂ ਵਾਲੇ ਬੰਦਿਆਂ ਦੀ ਉਹ ਵੀ ਤਿਆਰ ਕਰਕੇ ਉਹਨੂੰ ਲਾਂਚ ਕਰਾਂਗੇ ਥੋੜੇ ਦਿਨਾਂ 'ਚ। ਵਾਰਸ ਪੰਜਾਬ ਦੇ ਜਿਹੜੇ ਲੜਾਈ ਲੜਨਾ ਚਾਹੁੰਦੇ ਆ, ਜਿਹੜੇ ਹੋਂਦ ਦੀ ਲੜਾਈ ਲੜਨਾ ਚਾਹੁੰਦੇ ਆ, ਜਿਹੜੇ ਇਹ ਸੋਚਦੇ ਆ ਵੀ ਹੁਣ ਇਸ ਵਾਰੀ ਫਲਾਨੀ ਪਾਰਟੀ 'ਚ ਜਾ ਕੇ ਇਹਨਾਂ ਬੰਦਿਆਂ ਦੇ ਮਗਰ ਲੱਗ ਜਾਓ ਜਾਂ ਫਲਾਨੇ ਬੰਦਿਆਂ ਨੂੰ ਲਾਓ, ਇਹਨਾਂ ਨੂੰ ਇਲੈਕਸ਼ਨਾਂ ਲੜਾ ਦਿਓ, ਉਹ ਕੁਝ ਠੀਕ ਹੋ ਜਾਊਗਾ। ਇਸ ਸਟਰਕਚਰ 'ਚੋਂ, ਇਸ ਐਗਜ਼ਿਸਟਿੰਗ ਸਟਰਕਚਰ 'ਚੋਂ ਜੇ ਸਾਨੂੰ ਇਹ ਲੱਗਦਾ ਵੀ ਅਸੀਂ ਕੁਝ ਠੀਕ ਕਰ ਲਾਂਗੇ ਜਾਂ ਇਸ ਐਗਜ਼ਿਸਟਿੰਗ ਸਟਰਕਚਰ ਨੂੰ ਸੁਧਾਰ ਲਾਂਗੇ, ਇਹ ਤਾਂ ਮੇਰੇ ਖਿਆਲ 'ਚ ਇਹਦੀਆਂ ਕੋਸ਼ਿਸ਼ਾਂ ਪਹਿਲਾਂ ਬਹੁਤ ਹੋ ਚੁੱਕੀਆਂ। ਸਾਡੇ ਤੋਂ ਸਿਆਣੇ ਬੰਦੇ ਇਹਦੀਆਂ ਕੋਸ਼ਿਸ਼ਾਂ ਕਰ ਚੁੱਕੇ ਆ। ਸਟਰਕਚਰ ਨਾ ਤਾਂ ਸੁਧਾਰਿਆ ਗਿਆ, ਨਾ ਇਸ ਸਟਰਕਚਰ 'ਚੋਂ ਸਾਨੂੰ ਸਾਡੇ ਸਮਾਜ ਦਾ, ਪੰਜਾਬ ਦਾ ਹੱਲ ਮਿਲਿਆ। ਇਸ ਸਟਰਕਚਰ ਨੂੰ ਭੰਨ ਕੇ ਇੱਕ ਨਵਾਂ ਸਟਰਕਚਰ ਸਿਰਜਣਾ ਪਊਗਾ ਜੇ ਪੰਜਾਬ ਦਾ ਹੱਲ ਚਾਹੀਦਾ। ਨਹੀਂ ਤਾਂ ਹਰ 5 ਸਾਲਾਂ ਬਾਅਦ ਤੁਹਾਡੇ ਕੋਲੇ ਇਲੈਕਸ਼ਨ ਆ ਜਾਇਆ ਕਰਦੇ ਆ, ਤੁਹਾਡੀ એનર્ਜੀ ਤੇ ਤੁਹਾਡਾ ਜਿਹੜਾ ਟਾਈਮ ਆ, ਤੁਹਾਡੇ ਰਿਸੋਰਸਸ ਆ ਉੱਥੇ ਵੇਸਟ ਕਰਾ ਦਿੰਦੇ ਆ। ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਮਗਰ ਲੱਗੇ ਰਹੇ, ਐਕਟੀ ਕਿਸੇ ਹੋਰ ਦੇ ਮਗਰ ਲੱਗ ਜਾਓ ਤੇ ਇਹ ਭਰਮ ਵੀ ਤੁਹਾਡੇ ਟੁੱਟ ਜਾਣਗੇ। ਦੇਖਦੇ ਆ ਆਉਣ ਵਾਲੀਆਂ ਚੋਣਾਂ 'ਚ ਤੁਹਾਨੂੰ
ਤੁਹਾਡੇ ਪੱਲੇ ਕੀ ਪੈਣਾ। ਇਹਦਾ ਮਤਲਬ ਇਹ ਨਹੀਂ ਅਸੀਂ ਵੀ ਜ਼ੋਰ ਲਾਉਣਾ ਛੱਡ ਦਈਏ, ਪਰ ਇਹ ਆ ਵੀ ਜ਼ੋਰ ਕਿੰਨਾ ਕੁ ਲਾਉਣਾ ਉੱਥੇ ਸਾਨੂੰ ਇਹ ਤੈਅ ਕਰਨਾ ਪਊਗਾ। ਸੋ when once I heard this saying that a leader sometimes go off the flock and he goes in a new direction, confident of the aspect and the fact that he's gonna lead his people the right way. So ਗੱਲ ਇਹ ਆ, ਉਸ ਵੇਲੇ ਜਦੋਂ ਉਹ ਲੀਡਰ ਪਾਸੇ ਤੁਰਦਾ ਨਾ, ਜਾਂ ਉਹ ਕੋਈ ਬੰਦਾ ਜਿਹਦੇ ਕੋਲੇ ਥੋੜਾ ਬਹੁਤ ਵਿਜ਼ਨ ਆ, ਉਹ ਪਾਸੇ ਤੁਰਦਾ, ਉਸ ਵੇਲੇ ਉਹਦੀ ਸਮਝ ਨਹੀਂ ਆਉਂਦੀ ਹੁੰਦੀ। ਸਮਝ ਹੀ ਆਉਂਦੀ ਉਸ ਵੇਲੇ ਜਾ ਕੇ ਆ ਜਦੋਂ ਉਹਨੇ ਉੱਥੇ ਜਾ ਕੇ ਇੱਕ ਨਵਾਂ ਰਾਹ ਬਣਾਤਾ, ਨਵਾਂ ਰਾਹ ਬਣਾ ਕੇ ਉੱਥੇ ਮਿੱਥ ਸਿਰਜਤੇ। ਸੋ ਸਾਨੂੰ ਬੜੀਆਂ ਘਾਲਣੀਆਂ ਪੈਣੀਆਂ, ਆਪਦੀ ਲੀਡਰਸ਼ਿਪ ਪੈਦਾ ਕਰਨੀ ਪੈਣੀ ਆ। ਪੰਜਾਬ ਨੂੰ ਇੱਕ ਆਪਦੀ ਇਵੋਲਵ ਹੋ ਕੇ ਨਵੀਂ ਲੀਡਰਸ਼ਿਪ ਪੈਦਾ ਕਰਨੀ ਪੈਣੀ ਆ। ਉਹ ਲੀਡਰਸ਼ਿਪ ਸਾਡੇ ਸੋਸ਼ਲ ਸਟਰਕਚਰ ਦਾ ਵੀ ਧਿਆਨ ਰੱਖੂਗੀ, ਉਹ ਸਾਡੇ ਪੋਲੀਟੀਕਲ ਸਟਰਕਚਰ ਦਾ ਵੀ ਧਿਆਨ ਰੱਖੂਗੀ। ਉਹਨਾਂ ਨੇ ਸਾਡੀ ਪੰਥਕ ਲੀਡਰਸ਼ਿਪ ਵੀ ਪੈਦਾ ਕਰਨੀ ਪੈਣੀ ਆ। ਅਦਰਵਾਈਜ਼ ਇੱਕ ਗੱਲ ਜਿਹੜੀ ਇੱਥੇ ਕਰਨੀ ਬਣਦੀ ਆ, ਅੱਜ ਜਿਹੜੇ ਸਮੇਂ ਤੋਂ ਸੰਘਰਸ਼ ਉੱਠਦੇ ਆ, ਸੰਘਰਸ਼ ਉੱਠਦੇ ਆ, ਪੰਜਾਬ ਦੇ ਸੰਘਰਸ਼ ਉੱਠਦੇ ਆ ਸਾਡੇ ਅਵਚੇਤਨ ਮਨ ਚੋਂ, ਸਾਡੇ ਜਜ਼ਬੇ ਚੋਂ, ਤੇ ਜਦੋਂ ਕੋਈ ਸਾਡੇ ਤੇ ਭੀੜ ਪੈਂਦੀ ਆ, ਸਾਡੇ ਬੰਦੇ ਮਰਦੇ ਆ, ਅਸੀਂ ਬੰਦਿਆਂ ਦੇ ਮੁੱਲ ਪਾਉਣ ਲੱਗ ਜਾਂਦੇ ਆ। ਇਹ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਅੱਜ, ਉਹ ਇਸ ਕਰਕੇ ਕਰ ਰਿਹਾ, ਹਰ ਗੱਲ ਨੂੰ ਵਪਾਰਕ ਦ੍ਰਿਸ਼ਟੀ ਚੋਂ, ਹਰ ਗੱਲ ਨੂੰ ਆਰਥਿਕ ਦ੍ਰਿਸ਼ਟੀ ਚੋਂ ਦੇਖਣਾ ਬੰਦ ਕਰੀਏ। ਪਹਿਲਾਂ ਤਾਂ ਜੇ ਜਜ਼ਬੇ ਚੋਂ ਲੜਦੇ ਹੋ ਤਾਂ ਉਹਦਾ ਹੱਲ ਵੀ ਜਜ਼ਬੇ ਚੋਂ ਲੱਭਣਾ ਸ਼ੁਰੂ ਕਰੀਏ, ਫੇਰ ਹੀ ਅਸੀਂ ਕਿਸੇ ਪਾਸੇ ਨੂੰ ਤੁਰਾਂਗੇ, ਸਾਡਾ ਫੌ ਪਊਗਾ ਉੱਥੇ ਜਾ ਕੇ। ਅਦਰਵਾਈਜ਼ ਹਰ ਗੱਲ ਨੂੰ ਜਿਵੇਂ ਇਹ ਵਪਾਰਕ ਦ੍ਰਿਸ਼ਟੀ ਚੋਂ ਅਸੀਂ ਦੇਖਣਾ ਸ਼ੁਰੂ ਕਰਤਾ, ਤੇ ਫਿਰ ਜੇ ਅਸੀਂ ਕਹੀਏ ਵੀ ਅਸੀਂ ਆਪਦਾ ਸਮਾਜ ਸੁਧਾਰ ਲਾਂਗੇ, ਪੰਜਾਬ ਨੂੰ ਕੋਈ ਇੱਥੇ ਸੋਸ਼ਲ ਸਟਰਕਚਰ ਦਾ ਜਾਂ ਪੋਲੀਟੀਕਲ ਸਟਰਕਚਰ ਦਾ ਹੱਲ ਦੇ ਦਾਂਗੇ, ਤਾਂ ਇਹ ਸਾਡੇ ਕੋਲੇ ਇਹ ਟਾਈਮ ਪਾਸ ਕਰਨ ਵਾਲੀ ਗੱਲ ਆ, ਜਾਂ ਇਟਸ ਅ ਡੇ ਡ੍ਰੀਮਿੰਗ। ਇਹ ਸਾਡੇ ਕੋਲੋਂ ਨਾ ਤਾਂ ਹੱਲ ਮਿਲਣੇ ਆ ਤੇ ਨਾ ਹੀ ਅਸੀਂ ਇੱਥੇ ਕੁਝ ਸੁਧਾਰ ਕਰ ਸਕਦੇ ਹਾਂ। ਸੋ ਇਸ ਲਈ ਪੁਰਾਣੀਆਂ ਜਾਂ ਜਿਹੜੇ ਸਾਡੇ ਮਨਾਂ 'ਚ ਇੱਕ ਇੰਡੀਅਨ ਸਟੇਟ ਨੇ, ਇੱਕ ਨੇਸ਼ਨ ਸਟੇਟ ਦੇ ਕਨਸੈਪਟ ਪੈਦਾ ਕੀਤੇ ਹੋਏ ਆ ਨਾ, ਉਹਨਾਂ ਨੂੰ ਤੋੜੋ, ਆਪਦੀਆਂ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖੋ। ਗੁਲਾਮੀ ਦੇ ਪੱਟੇ ਮਨਾਂ 'ਚੋਂ ਵੀ ਲਾਓ ਤੇ ਗਲਾਂ 'ਚੋਂ ਵੀ ਲਾਓ। ਜਦੋਂ ਤੱਕ ਇਹ ਨਹੀਂ ਲਾਉਂਦੇ ਉਦੋਂ ਤੱਕ, ਔਰ ਜਦੋਂ ਤੱਕ ਅਸੀਂ ਨਵੇਂ ਸਟਰਕਚਰ ਨੂੰ ਨਹੀਂ ਸਿਰਜਦੇ, ਨਵੇਂ ਸਿਰਿਓਂ ਗੱਲਾਂ ਨੂੰ ਨਹੀਂ ਸਮਝਦੇ, ਉਦੋਂ ਤੱਕ ਜੇ ਅਸੀਂ ਕਹਾਂਗੇ ਵੀ ਇੱਥੇ ਤਣਾਅ ਟਕਰਾਅ ਪੈਦਾ ਹੋਣਾ ਬੰਦ ਹੋ ਜਾਊਗਾ, ਜਾਂ ਇੱਥੇ ਕਦੇ ਕਾਮਰੇਡ ਆ ਜਾਂਦੇ ਆ, ਉਹ ਆਪਦੇ ਹਿਸਾਬ ਨਾਲ ਗੱਲਾਂ ਨੂੰ ਸਿਰਜਣ ਲੱਗ ਜਾਂਦੇ ਆ, ਕਦੇ ਸਰਕਾਰ ਇੱਥੇ ਕਾਂਗਰਸੀ ਅਕਾਲੀ ਆਪਦੇ ਹਿਸਾਬ ਨਾਲ ਸਿਰਜਣ ਲੱਗ ਜਾਂਦੇ ਆ। ਆਪਦੀਆਂ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਸਾਨੂੰ ਬੜੇ ਸਟਰੋਂਗ, ਬੜੇ ਸਾਡੇ ਅੰਦਰ ਉਹ ਜਿਹੜੀਆਂ ਚਿਣਗਾਂ ਲਾਈਆਂ ਹੋਈਆਂ, ਉਹ ਸਾਡੇ ਅੰਦਰ ਰੂਹ 'ਚ ਪਈਆਂ, ਉਹਨਾਂ ਨੂੰ ਕਿਵੇਂ ਅਸੀਂ ਵਿਸਾਰ ਜਾਾਂਗੇ। ਇੱਕ ਗੱਲ ਸ਼ਹਾਦਤ ਤੇ ਆਈ, ਇੱਕ ਸ਼ਹੀਦੀ ਤੇ ਆਈ, ਰੋਜ਼ ਅਰਦਾਸ ਕਰਦੇ ਆ ਗੁਰਦੁਆਰਾ ਸਾਹਿਬ ਜਾ ਕੇ। ਤੁਸੀਂ ਆਪਦੇ ਆਪ ਤੋਂ ਇਹ ਪੁੱਛੋ ਵੀ ਅਰਦਾਸ 'ਚ ਜਦੋਂ ਸਿੰਘ ਸ਼ਹੀਦਾਂ ਦੀ ਗੱਲ ਆਉਂਦੀ ਆ ਤੇ ਕਿਸ ਤਰ੍ਹਾਂ ਸਜਦਾ ਕਰਦੇ ਆ ਉਹਨਾਂ ਨੂੰ ਅਸੀਂ। ਪਰ ਜਦੋਂ ਇਸ ਗੱਲ ਤੇ ਕੋਈ ਵਿਵਾਦ ਉੱਠਦਾ, ਕੋਈ ਵੀ ਪੰਥਕ ਸ਼ਖਸੀਅਤ ਜਾਂ ਕੋਈ ਵੀ ਸਾਡਾ ਪੰਥਕ ਆਗੂ ਜਾਂ ਉਹ ਜਿਹਨੂੰ ਪੰਜਾਬ ਦਾ, ਇਸ ਸਮਾਜ ਦਾ ਦਰਦ ਆ, ਜਿਹੜਾ ਕਦਰਾਂ ਕੀਮਤਾਂ ਨੂੰ ਸਾਂਭ ਕੇ ਰੱਖਣਾ ਚਾਹੁੰਦਾ, ਅੱਗੇ ਆ ਕੇ ਜਵਾਬ ਨਹੀਂ ਦਿੰਦਾ, ਅੱਗੇ ਆ ਕੇ ਖੜਾ ਨਹੀਂ ਹੁੰਦਾ। ਕਿਉਂਕਿ ਅਗਲਾ ਕਹਿੰਦਾ ਮੈਂ ਕੀ ਲੈਣਾ, ਇਹ ਤਾਂ ਰਾਈਟ ਟਾਈਮ ਹੀ ਨਹੀਂ ਆ। ਰਾਈਟ ਤੇ ਰੋਂਗ ਟਾਈਮ ਕੀ ਹੁੰਦਾ, ਇਹ ਕੋਈ ਮਿੱਥ ਕੇ ਥੋੜੀ ਗੱਲ ਕਰਦਾ ਵੀ ਇਹ ਰਾਈਟ ਤੇ ਰੋਂਗ ਟਾਈਮ ਆ। ਉਹ ਕਿਸੇ ਡਿਸਕਸ਼ਨ ਚੋਂ, ਕਿਸੇ ਖਾਸ ਤਰ੍ਹਾਂ ਦੇ ਮਾਹੌਲ ਚੋਂ ਇੱਕ ਗੱਲ ਇਵੋਲਵ ਹੋ ਕੇ ਸਾਹਮਣੇ ਆਉਂਦੀ ਆ, ਉਹਦੇ ਤੇ ਚਰਚਾ ਛਿੜ ਜਾਂਦੀ ਆ। ਫਿਰ ਉਸ ਚਰਚਾ ਨੂੰ ਅਸੀਂ ਹਮੇਸ਼ਾ ਹੀ ਪ੍ਰੋਪੇਗੈਂਡਾ ਲੈਂਗੁਏਜ 'ਚ ਯੂਜ਼ ਕਰਦੇ ਹਾਂ। ਹੁਣ ਪ੍ਰੋਪੇਗੈਂਡਾ ਲੈਂਗੁਏਜ ਕੀ ਆ? ਇਹ ਤਾਂ ਬੀਜੇਪੀ ਦਾ, ਇਹਨੂੰ ਕਿਸਾਨੀ ਸੰਘਰਸ਼ ਨਾਲ ਕੋਈ ਸਰੋਕਾਰ ਨਹੀਂ ਆ, ਇਹਦਾ ਉਹਦਾ ਨਾਲ ਕੋਈ ਨਾਤਾ ਨਹੀਂ ਆ। ਇਹ ਤਾਂ ਸਰਕਾਰ ਦਾ ਪਲਾਂਟਡ ਬੰਦਾ। ਸਰਕਾਰ ਦੇ ਪਲਾਂਟਡ ਤਾਂ ਤੁਸੀਂ ਹੋ, ਜਿਹੜੇ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਜੰਤਰ ਮੰਤਰ ਜਾ ਕੇ ਬੈਠੇ ਹੋ। ਦੀਪ ਸਿੱਧੂ ਕਿਵੇਂ ਹੋ ਗਿਆ? ਦੀਪ ਸਿੱਧੂ ਤਾਂ 3 ਮਹੀਨੇ ਜੇਲ੍ਹ 'ਚ ਲਾ ਕੇ ਆਇਆ। ਦੀਪ ਸਿੱਧੂ ਤਾਂ ਉਹ ਤਸੀਹੇ ਕੱਟ ਕੇ ਆਇਆ ਜਿਹੜੇ ਹੋ ਸਕਦਾ ਮੈਂ ਸੋਚੇ ਵੀ ਨਾ ਹੋਣ, ਤੇ ਸਰਕਾਰ ਦੇ ਬੰਦੇ ਤਾਂ ਤੁਸੀਂ ਹੋ। ਸੋ ਇਸ ਕਰਕੇ ਜਿਹੜੇ ਜਦੋਂ ਕੱਚੇ ਪੈ ਗਏ ਨਾ, ਫਿਰ ਭਾਜਦਿਆਂ ਨੂੰ ਬਾਣ ਇੱਕੋ ਜਿਹੀ ਹੁੰਦੇ ਆ। ਫਿਰ ਦੇਖਾਂਗੇ ਕਿਹੜੇ ਭਾਅ ਵਿਖਦੀ ਆ, ਉਹਨਾਂ ਰਾਹਾਂ ਤੇ ਨਾ ਪਾਓ। ਇਸ ਟਾਈਮ ਤੁਹਾਡੇ ਨਾਲ ਖੜੇ ਆ। ਕਿਸਾਨੀ ਸੰਘਰਸ਼ ਸਾਡਾ ਆਪਦਾ ਸੰਘਰਸ਼ ਆ। ਇਸ ਟਾਈਮ ਉੱਥੇ ਹਰ ਰੂਹ ਨੂੰ ਸਿਜਦਾ ਜਿਹੜੀ ਬੈਠੀ ਆ, ਜਿਹੜੇ ਆਪਦੇ ਆਪ ਦੀਆਂ ਜਾਨਾਂ ਕੁਰਬਾਨ ਕਰ ਗਏ, ਉਹਨਾਂ ਨੂੰ ਵੀ ਸਿਜਦਾ। ਉਹਨਾਂ ਨੂੰ ਹਮੇਸ਼ਾ ਹੀ ਅਸੀਂ ਇਹ ਕਹਿੰਦੇ ਰਹਾਂਗੇ ਵੀ ਅਸੀਂ ਤੁਹਾਡੇ ਦੇਣਦਾਰ ਹਾਂ ਜੀ। ਤੁਸੀਂ ਜਿਹੜਾ ਜਜ਼ਬਾ ਤੇ ਜਿਹੜਾ ਸੰਘਰਸ਼ ਕੀਤਾ,
ਉਹ ਬਾਕਮਾਲ ਆ, ਪਰ ਇਹਨੂੰ ਕਿਸੇ ਹੋਰ ਪਾਸੇ ਗੱਲ ਲੈ ਕੇ ਜਾਣੀ ਤੇ ਦੀਪ ਸਿੱਧੂ ਨੂੰ ਐਂਟੀ ਸੋਸ਼ਲ ਜਾਂ ਐਂਟੀ ਪੰਜਾਬ ਜਾਂ ਕੋਈ ਗਵਰਨਮੈਂਟ ਦਾ ਪਲਾਂਟਡ ਬੰਦਾ ਪ੍ਰੂਵ ਕਰਨ ਦੀ ਕੋਸ਼ਿਸ਼ ਕਰਨੀ, ਤਾਂ ਇਹਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹੁਣ ਨਗਦੋ ਨਗਦੀ ਦਿਆ ਕਰੂੰਗਾ। ਹੁਣ ਅਪੋਲੋਜੈਟਿਕ ਅਪਰੋਚ ਨਹੀਂ ਆ, ਨਗਦੋ ਨਗਦੀ ਦਿਆ ਕਰੂੰਗਾ। ਜਿਹਨੇ ਮੇਰੇ ਤੋਂ ਲੈ ਕੇ ਜਾਣੇ ਆ, ਜਿਹੜਾ ਸਵਾਲ ਕਰੂਗਾ ਉਹਨੂੰ ਸਵਾਲਾਂ ਦੇ ਜਵਾਬ ਮਿਲਣਗੇ, ਜਿਹੜਾ ਤੌਮਤਾਂ ਹੀ ਲੈ ਕੇ ਆਊਗਾ ਉਹਨੂੰ ਫਿਰ ਭਾਜਦਿਆਂ ਨੂੰ ਵਾਹਣ ਇੱਕੋ ਜਿਹਾ ਹੋਇਆ ਕਰੂਗਾ ਤੇ ਨਗਦੋ ਨਗਦ ਵੰਡਿਆ ਕਰੂੰਗਾ। ਇੱਥੇ ਕੋਈ ਅਪੋਲੋਜੈਟਿਕ ਅਪਰੋਚ ਨਹੀਂ ਆ। ਪੰਜਾਬ ਲਈ ਲੜਾਂਗੇ, ਡਟ ਕੇ ਖੜਾਂਗੇ। ਤੇ ਜੇ ਤੁਸੀਂ ਜਿੱਦੇ ਦਿੱਲੀ ਦਾ ਕੋਈ ਸੁਨੇਹਾ ਦਿੱਤਾ ਵੀ ਹੁਣ ਮੱਥੇ 'ਚ ਵੱਜਣਾ ਜਾ ਕੇ ਦੀਪ ਸਿੱਧੂ ਨੂੰ ਯਾਦ ਕਰ ਲਿਓ, ਉਦੋਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਭਾਅ ਵਿਖਦੀ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।